ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਖੱਤਰੀ ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮ ਤਰਾਨਥ। ਗੁਰ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਨੈ ਸੋ ਪਾਰ ਪਰਾਨਥ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨ ਮਿਟੈ ਦਾਤ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਨ ਕੇ ਦੰਦ ਕਿਉ ਖਾਈਐ ਸਾਰ, ਜਿਤ ਗਰਭ ਜਾਏ ਸੋ ਪਵਨ ਆਹਾਰ। ਮੈਨ ਕੇ ਦੰਦ ਕਿਉ ਖਾਈਐ ਸਾਰ, ਜਿਤ ਗਰਭ ਜਾਏ ਸੋ ਪਵਨ ਆਹਾਰ। ਘਰ ਮੰਦਰ ਅਗਨ ਪਰਾਹਨ, ਕਵਣ ਦੁਖਾ ਜਿਤ ਰਹਿ ਅਵਾਹਨ। ਏਤੇ ਉਤ ਕਿਸ ਕਉ ਜਾਨ, ਸਮਾਵੈ ਕਵਣ ਧਿਆਨ। ਮਨ ਮਨ ਹੈ ਸਮਾਵੈ, ਏਤੇ ਉਤ ਕਿਸ ਕਉ ਜਾਨ। ਸਮਾਵੈ ਕਵਣ ਧਿਆਨ, ਮਨ ਮਨ ਹੈ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਸ਼ਲ, ਦੀਨ ਦਇਆਲ ਮਿਹਰਬਾਨ ਅੰਤਰਜਾਮੀ, ਜਾਵਰ ਦੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ
ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਅੰਮ੍ਰਿਤਮਈ ਕਲਿਆਣਕਾਰੀ ਦਰਸ਼ਨ ਕੀਤੇ। ਅੱਜ ਸਾਧ ਸੰਗਤ ਜੀ ਪੂਰਨਮਾਸ਼ੀ ਦਾ ਦਿਹਾੜਾ ਹੈ ਔਰ ਜੋ ਇਹ ਪੂਰਨਮਾਸ਼ੀ ਦੇ ਨਾਲ ਸਾਡਾ ਗੁਰਸਿੱਖਾਂ ਦਾ ਇਤਿਹਾਸਕ ਸੰਬੰਧ ਵੀ ਹੈ। ਜਿਵੇਂ ਕੱਤਕ ਮਹੀਨੇ ਦੀ ਜੋ ਪੂਰਨਮਾਸ਼ੀ ਹੈ, ਉਦੋਂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ। ਇਸੇ ਤਰ੍ਹਾਂ ਜਦੋਂ ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਬਿਆਨਾ ਕੀਤਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ, ਉਸ ਦਿਨ ਵੀ ਪੁੰਨਿਆਂ ਦਾ ਦਿਨ ਸੀ। ਤਾਂ ਇਹ ਇਤਿਹਾਸਕ ਸੰਬੰਧ ਵੀ ਹੈ। ਬਾਕੀ ਇਹਨਾਂ ਦਿਨਾਂ ਦੇ ਉੱਤੇ ਗੁਰੂ ਸਾਹਿਬ ਜੀ ਸਿੱਖ ਸੰਗਤਾਂ ਦੇ ਵਿੱਚ ਦੀਵਾਨ ਸਜਾ ਕੇ ਬੈਠਿਆ ਕਰਦੇ। ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ, ਜਿਵੇਂ ਸੰਗਰਾਂਦ ਦਾ ਦਿਹਾੜਾ, ਜਿਵੇਂ ਮੱਸਿਆ ਦਾ ਦਿਹਾੜਾ, ਪੁੰਨਿਆਂ ਦਾ ਦਿਹਾੜਾ। ਉਂਝ ਵੇਖੀਏ ਤਾਂ ਜਿਵੇਂ ਦੇ ਬਾਕੀ ਦਿਨ ਹਨ, ਉਸੇ ਤਰ੍ਹਾਂ ਦੇ ਇਹ ਦਿਨ ਹਨ। ਪਰ ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਨਾਤਨ ਮਤ ਦੇ ਵਿੱਚ ਇਹਨਾਂ ਦਿਨਾਂ ਤੇ ਵੱਖ-ਵੱਖ ਤਰ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਪਰ ਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਦਿਨਾਂ ਤੇ ਦੀਵਾਨ ਸਜਾ ਕੇ ਆਪਣੇ ਗੁਰਸਿੱਖਾਂ ਨੂੰ ਸ਼ਬਦ ਨਾਲ ਜੋੜਿਆ, ਨਾਮ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਸੇਵਾ ਸਿਮਰਨ ਦੀ ਸਿੱਖਿਆ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਜੀ ਨੇ। ਇਸ ਕਰਕੇ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਗੁਰੂ ਸਾਹਿਬਾਂ ਦੇ ਇਤਿਹਾਸਕ ਸਥਾਨਾਂ ਤੇ ਇਹਨਾਂ ਦਿਨਾਂ ਦੇ ਉੱਤੇ ਵੱਡੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ। ਜਿਵੇਂ ਕੱਲ੍ਹ ਨੂੰ ਸਾਧ ਸੰਗਤ ਜੀ ਆਸਾੜ ਮਹੀਨੇ ਦੀ ਅਥਵਾ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸੰਗਰਾਂਦ ਦੇ ਦਿਨ ਤੇ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹਾਜ਼ਰੀ ਭਰਦੀਆਂ ਹਨ। ਸਾਰੇ ਪਿੰਡਾਂ ਵਿੱਚ, ਹਰ ਇੱਕ ਥਾਂ ਤੇ ਜਿੱਥੇ ਵੀ ਨੇੜੇ ਗੁਰੂ ਘਰ ਹੈ, ਉੱਥੇ ਸੰਗਤਾਂ ਜਾ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ, ਨਮਸਕਾਰ ਕਰਦੀਆਂ। ਇਤਿਹਾਸਕ ਸਥਾਨਾਂ ਤੇ ਵੀ ਸਰੋਵਰ ਸਾਹਿਬਾਂ ਦੇ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰਾਂ ਵਿੱਚ ਨਮਸਕਾਰਾਂ ਕਰਦੀਆਂ। ਔਰ ਪੂਰਨਮਾਸ਼ੀ ਦੇ ਵੀ ਇਸੇ ਤਰ੍ਹਾਂ ਸੰਗਤਾਂ ਹਾਜ਼ਰੀ ਭਰਦੀਆਂ ਹਨ। ਪੂਰਨਮਾਸ਼ੀ ਦਾ ਜੋ ਦਿਹਾੜਾ ਹੈ, ਇਹ ਆਪਣੇ ਇਲਾਕੇ ਦੇ ਵਿੱਚ ਵਿਸ਼ੇਸ਼ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਜਾਂਦਾ। ਹਰ ਪੁੰਨਿਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨੀ ਅਸਥਾਨ ਤੇ ਬਹੁਤ ਵੱਡੀ ਗਿਣਤੀ ਵਿੱਚ ਭਰਦੀ ਹੈ। ਤੇ ਸਾਲ ਬਾਅਦ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਪੁੰਨਿਆਂ ਵਾਲੇ ਦਿਨ ਹੀ ਹੁੰਦਾ ਹੈ ਸ੍ਰੀ ਗੋਇੰਦਵਾਲ ਸਾਹਿਬ ਵਿਖੇ। ਇਸੇ ਤਰ੍ਹਾਂ ਇਸ ਥਾਂ ਤੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਵੀ ਪੂਰਨਮਾਸ਼ੀ ਤੇ ਸੰਗਤਾਂ ਵੱਡੀ ਭਾਰੀ ਗਿਣਤੀ 'ਚ ਹਾਜ਼ਰੀ ਭਰਦੀਆਂ ਹਨ। ਤੇ ਸਾਲ ਬਾਅਦ ਪੁੰਨਿਆਂ ਤੇ ਜਗਤ ਗੁਰੂ ਜੀ ਦਾ ਇੱਥੇ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਤੇ ਹਰੇਕ ਪੁੰਨਿਆਂ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ। ਜਿੱਥੇ ਮੱਸਿਆ ਵਾਲੇ ਦਿਹਾੜੇ ਤੇ ਅੰਮ੍ਰਿਤ ਤਿਆਰ ਹੁੰਦਾ ਹੈ, ਉੱਥੇ ਸਾਧ ਸੰਗਤ ਜੀ ਅੱਜ ਪੂਰਨਮਾਸ਼ੀ ਦਾ ਦਿਨ ਹੈ ਤੇ ਅੱਜ ਵੀ ਖੰਡੇ ਬਾਟੇ ਦਾ ਅੰਮ੍ਰਿਤ ਇੱਥੇ ਤਿਆਰ ਹੋਵੇਗਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਕਾਲ ਤੋਂ ਲੈ ਕੇ ਇਹ ਗੁਰੂ ਘਰਾਂ ਦੇ ਵਿੱਚ ਜਿੱਥੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਏ ਜਾਂਦੇ ਹਨ, ਗੁਰਤਾ ਗੱਦੀ ਪੁਰਬ ਮਨਾਏ ਜਾਂਦੇ ਹਨ, ਜੋਤੀ ਜੋਤ ਸਮਾਉਣ ਦੇ ਪੁਰਬ ਮਨਾਏ ਜਾਂਦੇ ਹਨ, ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ।
ਉੱਥੇ ਸੰਗਰਾਂਦ, ਮੱਸਿਆ ਤੇ ਪੁੰਨਿਆ ਇਹ ਪੁਰਬ ਵੀ ਮਨਾਏ ਜਾਂਦੇ ਹਨ। ਤੇ ਮਨਾਉਣਾ ਕੀ ਹੈ ਸਾਧ ਸੰਗਤ ਜੀ? ਮਨਾਉਣਾ ਤਾਂ ਇਹੀ ਹੈ, ਆਪਣੇ ਆਪ ਨੂੰ ਮਨਾਉਣਾ ਹੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਿ ਇਹਨਾਂ ਦਿਨਾਂ ਤੇ ਆ ਕਰਕੇ ਸੰਗਤਾਂ ਆਪਣੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ, ਭੇਟਾ ਅਰਪਣ ਕਰਦੀਆਂ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ। ਇਸੇ ਤਰ੍ਹਾਂ ਕੋਈ ਗੁਰੂ ਕੀ ਬਾਣੀ ਸਰਵਣ ਕਰਦਾ, ਕੋਈ ਕੀਰਤਨ ਦੁਆਰਾ ਬਾਣੀ ਸਰਵਣ ਕਰਦਾ, ਕੋਈ ਕਥਾ ਸਰਵਣ ਕਰਦਾ। ਕਿਉਂਕਿ ਇੱਥੇ ਕਹਿਣ ਵਾਲੇ ਵੀ ਪਵਿੱਤਰ ਹਨ ਤੇ ਸੁਣਨ ਵਾਲੇ ਵੀ ਪਵਿੱਤਰ ਹਨ। ਸੁਣਦੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਸਗੋਂ ਸੁਣਨ ਵਾਲਿਆਂ ਨੂੰ ਮਹਾਰਾਜ ਨੇ ਆਖਿਆ ਉਹ ਪੁਨੀਤ ਹੋ ਜਾਂਦੇ ਆ, ਬਹੁਤੇ ਪਵਿੱਤਰ ਹੋ ਜਾਂਦੇ। 3 ਵਾਰੀ ਕੋਈ ਪਵਿੱਤਰ ਹੋਵੇ ਤੇ ਇੱਕ ਪੁਨੀਤ ਬਣਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤੋ ਇਸ ਕਰਕੇ ਗੁਰੂ ਮਹਾਰਾਜ ਦਾ ਜਸ ਕਹਿਣ ਵਾਲੇ ਵੀ ਪਵਿੱਤਰ, ਸੁਣਨ ਵਾਲੇ ਵੀ ਪਵਿੱਤਰ ਹੁੰਦੇ ਹਨ। ਤਾਂ ਇਹਨਾਂ ਦਿਹਾੜਿਆਂ ਤੇ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ, ਕਥਾ ਕੀਰਤਨ ਸਰਵਣ ਕਰਕੇ, ਇਤਿਹਾਸ ਸਰਵਣ ਕਰਕੇ, ਸੇਵਾ ਸਿਮਰਨ ਕਰਕੇ, ਗੁਰੂ ਦਾ ਜਸ ਗਾ ਕੇ, ਸੁਣ ਕੇ ਪਵਿੱਤਰ ਹੁੰਦੇ ਹਨ। ਇਹ ਦਿਹਾੜੇ ਮਨਾਏ ਜਾਂਦੇ ਹਨ। ਤਾਂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ। ਤੇ ਮਨਾਉਣਾ ਤਾਂ ਆਪਣੇ ਮਨ ਨੂੰ ਹੀ ਹੈ, ਕਿਉਂਕਿ ਇਹਨਾਂ ਦਿਹਾੜਿਆਂ ਤੇ ਹਾਜ਼ਰੀ ਭਰ ਕੇ, ਭਾਵੇਂ ਮੱਸਿਆ ਦਾ ਦਿਹਾੜਾ ਹੈ, ਭਾਵੇਂ ਪੁੰਨਿਆ ਦਾ ਦਿਹਾੜਾ ਹੈ, ਭਾਵੇਂ ਸੰਗਰਾਂਦ ਦਾ ਦਿਹਾੜਾ ਹੈ, ਭਾਵੇਂ ਗੁਰਪੁਰਬ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ, ਅਰਦਾਸਾਂ ਬੇਨਤੀਆਂ ਕਰਕੇ, ਸਿਮਰਨ ਕਰਕੇ, ਇਸ ਜੋ ਕੁਝ ਵੀ ਗੁਰੂ ਘਰ ਦੀ ਮਰਿਆਦਾ ਹੈ ਉਸ ਨੂੰ ਨਿਭਾਉਂਦਿਆਂ ਹੋਇਆਂ ਅਖੀਰ ਗੱਲ ਤਾਂ ਮਨ ਤੇ ਹੀ ਆਉਂਦੀ ਹੈ। ਸਾਰਾ ਬਾਣੀ ਦਾ ਉਪਦੇਸ਼ ਮਨ ਨੂੰ ਮਨਾਉਣ ਵਾਸਤੇ ਹੀ ਹੈ। ਜੇ ਮਨ ਮੰਨ ਜਾਵੇ ਤੇ ਤਨ ਆਪਣੇ ਆਪ ਹੀ ਫਿਰ ਮੰਨ ਜਾਂਦਾ ਹੈ। ਕਿਉਂਕਿ ਮਨ ਜੋ ਹੈ ਪ੍ਰੇਰਨਾ ਦਿੰਦਾ ਤੇ ਤਨ ਉਧਰ ਨੂੰ ਚੱਲਦਾ ਹੈ। ਜਾਣੋ ਕਿ ਸਰੀਰ ਇੱਕ ਗੱਡੀ ਹੈ, ਇਹ ਇੱਕ ਵਾਹਨ ਹੈ, ਤੇ ਇਹਨੂੰ ਚਲਾਉਣ ਵਾਲਾ ਇਹਦਾ ਡਰਾਈਵਰ ਮਨ ਹੈ। ਮਨ ਦੇ ਅੰਦਰ ਹੀ ਫੁਰਨਾ ਉੱਠਦਾ ਹੈ ਵੀ ਚਲੋ ਭਾਈ ਅੱਜ ਆ ਪਵਿੱਤਰ ਦਿਹਾੜਾ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰੀਏ, ਨਮਸਕਾਰ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ ਤੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਹੋਵੇ, ਇਹ ਸਮਾਂ ਸਫਲਾ ਹੋਵੇ, ਘੜੀਆਂ ਸਫਲੀਆਂ ਹੋਣ। ਅੰਦਰੋਂ ਮਨ ਹੀ ਪ੍ਰੇਰਨਾ ਦਿੰਦਾ ਹੈ। ਮਨ ਵਿੱਚ ਇਹ ਫੁਰਨਾ ਆਉਂਦਾ, ਤੇ ਜੇ ਮਨ ਦੇ ਵਿੱਚ ਦੂਜਾ ਫੁਰਨਾ ਆ ਜਾਵੇ ਤੇ ਮਨ ਸੰਗਤ ਵਿੱਚ ਬੈਠੇ ਬੈਠੇ ਨੂੰ ਹੀ ਉਠਾ ਕੇ ਬਾਹਰ ਲੈ ਜਾਂਦਾ ਵੀ ਚਲੋ ਹੁਣ ਚੱਲੀਏ ਘਰ ਨੂੰ। ਮਨ ਦੇ ਵਿੱਚ ਹੀ ਖਿਆਲ ਹੀ ਪੈਦਾ ਹੁੰਦਾ। ਤਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਹੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕਿਹਾ ਸੀ ਵੀ ਤਨ ਕਰਕੇ ਵੀ ਧਰਮ ਸਥਾਨ ਤੇ ਆਉਣਾ ਹੈ ਤੇ ਮਨ ਕਰਕੇ ਵੀ ਹਾਜ਼ਰੀ ਲਾਉਣੀ। ਮਸੀਤ ਵਿੱਚ ਕਹਿ ਦਿੱਤਾ ਸੀ ਨਵਾਬ ਦੌਲਤ ਖਾਂ ਲੋਧੀ ਨੂੰ ਤੇ ਕਾਜੀ ਨੂੰ ਕਿ ਸਰੀਰ ਤਾਂ ਤੁਹਾਡਾ ਹਾਜ਼ਰ ਹੈ ਪਰ ਮਨ ਹਾਜ਼ਰ ਨਹੀਂ ਹੈ। ਸਰੀਰ ਕਰਕੇ ਤੁਸੀਂ ਮਸੀਤ ਦੇ ਵਿੱਚ ਹੋ ਨਵਾਬ ਸਾਹਿਬ, ਪਰ ਮਨ ਤਾਂ ਕਾਬਲ ਵਿੱਚ ਘੋੜੇ ਖਰੀਦਦਾ ਪਿਆ, ਕਾਬਲ ਦੇ ਵਿੱਚ। ਇਸੇ ਤਰ੍ਹਾਂ ਕਾਜੀ ਨੂੰ ਆਖਿਆ ਸੀ ਤੁਹਾਡਾ ਸਰੀਰ ਹਾਜ਼ਰ ਹੈ ਪਰ ਮਨ ਘਰ ਦੇ ਵਿੱਚ ਸ਼ੇਰੇ ਦੀ ਰਾਖੀ ਕਰਦਾ ਪਿਆ, ਕੋਈ ਵਿੱਚ ਨਾ ਡਿੱਗ ਪਵੇ। ਤਾਂ ਸਤਿਗੁਰੂ ਜੀ ਦਾ ਜੋ ਪਵਿੱਤਰ ਉਪਦੇਸ਼ ਹੈ ਇਹ ਮਨ ਨੂੰ ਮਨਾਉਣ ਵਾਸਤੇ ਹੀ ਹੈ ਕਿ ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਹੀ ਮਨ ਮੰਨ ਜਾਵੇ। ਕਹੋ ਕਬੀਰ ਮਨ ਮਾਨਿਆ ਤਉ ਹਰਿ ਜਾਣਿਆ। ਜਦੋਂ ਮਨ ਮੰਨ ਗਿਆ ਤਾਂ ਫਿਰ ਹਰੀ ਨੂੰ ਇਸਨੇ ਜਾਣ ਲਿਆ। ਨਹੀਂ ਤੇ ਮਨ ਇਹ ਮੰਨਣਾ ਕੋਈ ਸੌਖਾ ਨਹੀਂ ਹੈ। ਮਨ ਆਪਣੀ ਮੱਤ ਨਹੀਂ ਤਿਆਗਦਾ। ਜਿੰਨਾ ਚਿਰ ਮਨ ਆਪਣੀ ਮੱਤ ਨਹੀਂ ਤਿਆਗਦਾ ਉਹਨਾਂ ਚਿਰ ਗੁਰੂ ਦੀ ਮੱਤ ਨਹੀਂ ਪ੍ਰਾਪਤ ਹੁੰਦੀ। ਮਨ ਮਰਜ਼ੀ ਕਰਦਾ ਰਹਿੰਦਾ, ਆਪਣੀ ਮਰਜ਼ੀ ਕਰਦਾ ਰਹਿੰਦਾ। ਮਨ ਦੀ ਐਸੀ ਹਾਲਤ ਹੈ
ਤਾਂ ਜਦੋਂ ਮਨ ਮਰਜ਼ੀ ਕਰਦਾ ਹੈ, ਮਨ ਦੀ ਮਰਜ਼ੀ ਅਨੁਸਾਰ ਜੀਵ ਚੱਲਦਾ ਹੈ, ਫਿਰ ਮਨਮੁਖ ਬਣ ਜਾਂਦਾ। ਤੇ ਜਦੋਂ ਮਨ ਦੀ ਮਰਜ਼ੀ ਛੱਡ ਕੇ ਗੁਰੂ ਕੀ ਸਿੱਖਿਆ ਹਿਰਦੇ ਵਿੱਚ ਵਸਦੀ ਹੈ, ਤਾਂ ਫਿਰ ਇਹ ਗੁਰਮੁਖ ਬਣਦਾ। ਗੁਰਮੁਖ ਮਨ ਦੀ ਮਰਜ਼ੀ ਛੱਡ ਕੇ ਗੁਰੂ ਕੀ ਸਿੱਖਿਆ ਦਾ ਧਾਰਨੀ ਹੁੰਦਾ ਹੈ, ਫਿਰ ਗੁਰਮੁਖ ਪਦਵੀ ਪ੍ਰਾਪਤ ਹੁੰਦੀ ਹੈ। ਤੇ ਗੁਰਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ, ਗਰੀਬ ਨਵਾਜ ਸਾਹਿਬ ਜੀ ਨੇ, ਮਨ ਕੀ ਮਤ ਤਿਆਗਹੁ ਹਰਿ ਜਨ, ਇਹਾ ਬਾਤ ਕਠੈਨੀ। ਇਹ ਹਰੀ ਦੇ ਜਨ, ਹਰੀ ਦੇ ਸੇਵਕ, ਮਨ ਦੀ ਮਤ ਤਿਆਗ। ਪਰ ਨਾਲ ਹੀ ਕਹਿ ਦਿੱਤਾ ਇਹ ਕੋਈ ਸੌਖੀ ਗੱਲ ਨਹੀਂ, ਇਹ ਕਠਨ ਗੱਲ ਹੈ, ਇਹ ਕਠਨ ਹੈ। ਮਨ ਕੀ ਮਤ ਤਿਆਗਹੁ ਹਰਿ ਜਨ, ਇਹਾ ਬਾਤ ਕਠੈਨੀ। ਮਨ ਦੀ ਮਰਜ਼ੀ ਤਿਆਗਣੀ ਇਹ ਕਠਨ ਗੱਲ ਹੈ, ਪਰ ਗੁਰੂ ਕੀ ਕਿਰਪਾ ਹੋਵੇ ਫਿਰ ਮਨਮਤ ਤਿਆਗੀ ਜਾ ਸਕਦੀ ਹੈ, ਫਿਰ ਗੁਰਮਤ ਪ੍ਰਾਪਤ ਹੋ ਸਕਦੀ ਹੈ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਿਹਾੜਿਆਂ ਤੇ ਹਾਜ਼ਰੀ ਭਰ ਕੇ ਗੁਰੂ ਦਾ ਉਪਦੇਸ਼ ਸਰਵਣ ਕਰਕੇ ਮਨ ਕੀ ਮਤ ਤਿਆਗ ਕੇ ਗੁਰੂ ਦੀ ਮਤ ਲੈਣ ਦਾ ਉਪਦੇਸ਼ ਦਿੱਤਾ ਹੈ। ਤੋ ਸਾਧ ਸੰਗਤ ਜੀ, ਲੜੀਵਾਰ ਰੂਪ ਦੇ ਵਿੱਚ ਗਰੀਬ ਨਵਾਜ ਸਤਿਗੁਰੂ 943 ਅੰਗ ਤੇ ਸਿੱਧ ਗੋਸ਼ਟ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਗਰੀਬ ਨਵਾਜ ਸਾਹਿਬ ਜੀ ਰਹਿਮਤ ਕਰਦੇ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਤੋ ਸਾਧ ਸੰਗਤ ਜੀ, ਗੁਰਬਾਣੀ ਦੀ ਕਥਾ ਹੋ ਰਹੀ ਹੈ ਤੇ ਕਿਰਪਾ ਕਰਕੇ ਜੋ ਇਹ ਮਰਿਆਦਾ ਹੈ, ਜਿਸ ਵੇਲੇ ਕਥਾ ਹੁੰਦੀ ਹੋਵੇ ਉਸ ਮੌਕੇ ਦੇ ਉੱਤੇ ਚੁੱਪ ਦਾ ਦਾਨ ਹੀ ਬਖਸ਼ਣਾ ਚਾਹੀਦਾ ਹੈ, ਤਾਂ ਹੀ ਸ਼ਬਦ ਦੀ ਵਿਚਾਰ ਹੋ ਸਕਦੀ ਹੈ। ਕੀਰਤਨ ਜੋ ਹੈ ਉਹ ਉੱਚੀ ਆਵਾਜ਼ ਦੇ ਵਿੱਚ ਸਾਜ਼ਾਂ ਨਾਲ ਹੁੰਦਾ ਹੈ, ਉਹਦੇ ਵਿੱਚ ਚੱਲ ਜਾਂਦਾ ਹੈ, ਪਰ ਗੁਰਬਾਣੀ ਦੀ ਵਿਚਾਰ ਜੋ ਹੈ ਇਹਦੇ ਵਾਸਤੇ ਬੜੀ ਸ਼ਾਂਤੀ ਦੀ ਲੋੜ ਹੁੰਦੀ ਹੈ। ਤੋ ਸਭ ਮਾਈ ਭਾਈ ਪ੍ਰੇਮ ਦੇ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਨਕ ਦੰਤ ਕਿਉ ਖਾਈਐ ਸਾਰ। ਸਿੱਧਾਂ ਨੇ ਸਵਾਲ ਕੀਤੇ ਆ ਜਗਤ ਗੁਰੂ ਬਾਬਾ ਜੀ ਦੇ ਪਾਸ। ਇਹ ਸਿੱਧ ਗੋਸ਼ਟ ਬਾਣੀ ਸਾਰੀ ਹੈ ਹੀ ਸਿੱਧਾਂ ਵੱਲੋਂ ਸਵਾਲ ਤੇ ਮਹਾਰਾਜ ਸਾਹਿਬ ਜੀ ਦੇ ਜਵਾਬ। 943 ਅੰਗ ਤੇ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਧੇ ਸਵਾਲ ਕਰ ਰਹੇ ਆ। 45ਵੀਂ ਪੌੜੀ ਦੇ ਵਿੱਚ ਸਿੱਧਾਂ ਦੇ ਸਵਾਲ। ਸਿੱਧ ਕਹਿੰਦੇ ਆ, ਮੈਨ ਕੇ ਦੰਤ ਕਿਉ ਖਾਈਐ ਸਾਰ। ਕਹਿੰਦੇ ਹਨ ਕਿ ਸਤਿਗੁਰੂ ਜੀ ਦੱਸੋ ਕਿ ਮੋਮ ਦੇ ਦੰਦਾਂ ਦੇ ਨਾਲ, ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ। ਮੈਨ ਕੇ ਦੰਤ ਕਿਉਂ ਖਾਈਐ ਸਾਰ। ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਸ ਤਰ੍ਹਾਂ ਖਾਧਾ ਜਾ ਸਕਦਾ। ਸਾਰ ਲੋਹਾ ਉਸ ਨੂੰ ਕਿਹਾ ਜਾਂਦਾ। ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਦੱਸਿਆ ਕਿ 21 ਮਣ ਲੋਹਾ ਹੋਵੇ ਨਾ, 21 ਮਣ ਲੋਹਾ, ਉਹਨੂੰ ਕੁੱਟਦਿਆਂ ਕੁੱਟਦਿਆਂ ਉਹਦੇ ਵਿੱਚੋਂ ਜਿਹੜਾ ਉਹ ਝੜਦਿਆਂ ਝੜ ਜਾਵੇ ਬਾਕੀ ਸਾਰਾ, ਤੇ ਸੇਰਕ ਲੋਹਾ ਰਹਿ ਜਾਵੇ ਵਿੱਚੋਂ ਜਿਹੜਾ ਨਿਕਲੇ ਅਸਲੀ ਲੋਹਾ, ਉਹਨੂੰ ਸਾਰ ਲੋਹਾ ਕਿਹਾ ਜਾਂਦਾ। ਮੈਣ ਕੇ ਦੰਤ ਕਹਿੰਦੇ ਵੀ ਇਹ ਜਿਹੜਾ ਸੰਸਾਰ ਹੈ ਭਾਵੇਂ ਕਰੜੇ ਲੋਹੇ ਦੀ ਤਰ੍ਹਾਂ ਹੈ। ਸੰਸਾਰ ਨੂੰ ਖਾਣ ਤੋਂ ਭਾਵ ਕੀ ਹੈ? ਸੰਸਾਰ ਦਾ ਅਭਾਵ ਕਰਨਾ, ਸੰਸਾਰ ਦੇ ਜੋ ਔਗਣ ਤੇ ਵਿਕਾਰ ਹਨ ਇਹਨਾਂ ਦੀ ਨਿਵਰਤੀ ਕਰਨੀ। ਇਹ ਲੋਹਾ ਚੱਬਣ ਦੇ ਸਮਾਨ ਹੈ। ਮੈਣ ਕੇ ਦੰਤ ਕਿਉਂ ਖਾਈਐ ਸਾਰ। ਕਿ ਬਾਕੀ ਜਿਹੜੇ ਸਾਧਨ ਵਾਏ ਤਾਂ ਮੋਮ ਦੇ ਦੰਦਾਂ ਵਰਗੇ, ਮੋਮ ਦੇ ਦੰਦਾਂ ਵਰਗੇ। ਤੇ ਮੋਮ ਜਿਹੜਾ ਵਾ ਉਹ ਕਿਵੇਂ ਨਰਮ ਹੁੰਦਾ ਹੈ। ਹੁਣ ਮੋਮ ਦੇ ਦੰਦਾਂ ਦੇ ਨਾਲ
ਜਿਹੜਾ ਸਾਰ ਲੋਹਾ ਹੈ, ਲੋਹੇ ਵਿੱਚੋਂ ਕੱਢਿਆ ਹੋਇਆ ਸ੍ਰੇਸ਼ਟ ਲੋਹਾ, ਕਰੜਾ ਲੋਹਾ, ਉਹ ਕਿਵੇਂ ਚੱਬਿਆ ਜਾ ਸਕਦਾ? ਤੇ ਸਿੱਧ ਪੁੱਛਦੇ, ਕਹਿੰਦੇ ਵੀ ਮੋਮ ਦੇ ਦੰਦਾਂ ਦੇ ਨਾਲ ਕਿਉਂ ਖਾਈਏ ਸਾਰ? ਇਹ ਸਾਰ ਜਿਹੜਾ ਲੋਹਾ ਹੈ, ਇਹ ਕਿਵੇਂ ਖਾਧਾ ਜਾ ਸਕਦਾ, ਕਿਵੇਂ ਚੱਬਿਆ ਜਾ ਸਕਦਾ ਹੈ? ਦੂਸਰਾ ਸਵਾਲ ਫਿਰ ਇਸ ਪੌੜੀ ਵਿੱਚ ਕੀਤਾ ਹੈ ਸਿੱਧਾਂ ਨੇ, ਕਹਿੰਦੇ ਵੀ ਜਿਸ ਦੇ ਨਾਲ ਗਰਭ ਜਾਏ, ਹੰਕਾਰ ਨਿਵਿਰਤ ਹੋ ਜਾਵੇ, ਹੰਕਾਰ ਚਲੇ ਜਾਵੇ, ਸੋ ਕਵਣ ਆਹਾਰ, ਉਹ ਕਿਹੜਾ ਭੋਜਨ ਹੈ? ਸ੍ਰੀ ਗੁਰੂ ਜੀ ਦੱਸੋ, ਉਹ ਕਿਹੜਾ ਆਹਾਰ ਹੈ, ਉਹ ਕਿਹੜਾ ਭੋਜਨ ਹੈ ਜਿਸ ਭੋਜਨ ਦੇ ਨਾਲ ਹੰਕਾਰ ਨਿਵਿਰਤ ਹੋ ਜਾਵੇ? ਉਹ ਕਿਹੜੀ ਖੁਰਾਕ ਹੈ, ਕਿਹੜਾ ਭੋਜਨ ਹੈ ਜਿਸ ਭੋਜਨ ਦੇ ਖਾਣ ਦੇ ਨਾਲ ਹੰਕਾਰ ਚਲੇ ਜਾਵੇ, ਹੰਕਾਰ ਦੂਰ ਹੋ ਜਾਵੇ? ਹਿਵੈ ਕਾ ਘਰ ਮੰਦਰ, ਤੇ ਹਿਵੈ ਨਾਮ ਹੈ ਹਿਮਾਲਿਆ ਦਾ, ਹਿਵੈ ਨਾਮ ਹੈ ਬਰਫ਼ ਦਾ, ਜਿੱਥੇ ਬਰਫ਼ ਪੈਂਦੀ ਹੈ। ਤੇ ਹਿਮਾਲਿਆ ਦਾ ਘਰ, ਇਹ ਮੰਦਰ, ਬਰਫ਼ ਦੇ ਘਰ ਦੇ ਵਿੱਚ, ਜੋ ਬਰਫ਼ ਦੇ ਮੰਦਰ ਦੇ ਵਿੱਚ ਰਹਿਣਾ ਨਸੀਬ ਹੋਵੇ, ਭਾਵ ਬਰਫ਼ ਦਾ ਘਰ, ਬਰਫ਼ ਦਾ ਮੰਦਰ ਕਿਵੇਂ ਪ੍ਰਾਪਤ ਹੋਵੇ? ਇਹਦਾ ਭਾਵ ਇਹ ਆ ਕਿ ਜਿਹੜਾ ਹਿਰਦਾ ਹੈ, ਇਹ ਹਿਮਾਲਿਆ ਦੇ ਵਿੱਚ ਘਰ ਦੀ ਤਰ੍ਹਾਂ ਕਿਵੇਂ ਬਣੇ? ਭਾਵ ਹਿਰਦੇ ਦੇ ਵਿੱਚ ਬਰਫ਼ ਵਾਂਗੂ ਠੰਡ ਕਿਵੇਂ ਪ੍ਰਾਪਤ ਹੋਵੇ, ਹਿਰਦਾ ਕਿਵੇਂ ਠੰਡਾ ਹੋਵੇ, ਇਹਦੀ ਗਰਮੀ ਕਿਵੇਂ ਦੂਰ ਹੋਵੇ? ਹਿਵੈ ਕਾ ਘਰ ਮੰਦਰ ਅਗਨ ਪਿਰਾਹਨ, ਤੇ ਜਿਹੜੀ ਇਹ ਅਗਨ ਰੂਪੀ ਪਿਰਾਹਨ ਪੁਸ਼ਾਕ ਹੈ, ਅਗਨ ਰੂਪੀ ਚੋਲਾ ਪਾਇਆ ਹੋਇਆ ਹੈ ਜੀਵ ਨੇ, ਇਹ ਅੱਗ ਦਾ ਚੋਲਾ ਕਿਵੇਂ ਦੂਰ ਹੋਵੇ? ਭਾਵ ਕ੍ਰੋਧ ਦਾ ਚੋਲਾ ਪਾਇਆ ਹੋਇਆ ਹੈ, ਗੁੱਸੇ ਦਾ ਚੋਲਾ ਪਾਇਆ ਹੋਇਆ ਹੈ, ਹਿਰਦੇ ਵਿੱਚੋਂ ਕ੍ਰੋਧ ਕਿਵੇਂ ਦੂਰ ਹੋਵੇ? ਇਹ ਅੱਗ ਦੀ ਪੁਸ਼ਾਕ ਕਿਵੇਂ ਦੂਰ ਹੋਵੇ? ਕਮਨ ਗੁਫਾ, ਅਗਲਾ ਸਵਾਲ ਕੀਤਾ, ਉਹ ਕਿਹੜੀ ਗੁਫਾ ਹੈ? ਜਿਤ ਰਹਿ ਅਵਾਹਨ, ਜਿਸ ਗੁਫਾ ਵਿੱਚ ਬੈਠਣ ਕਰਕੇ ਇਹ ਭੱਜਣ ਦੌੜਨ ਵਾਲਾ ਮਨ ਅਵਾਹਨ ਸਥਿਤ ਹੋ ਜਾਵੇ, ਅਡੋਲ ਹੋ ਜਾਵੇ, ਮਨ ਆਉਣ ਜਾਣ ਤੋਂ, ਭੱਜਣ ਦੌੜਨ ਤੋਂ ਰਹਿਤ ਹੋ ਕੇ ਟਿਕਾ ਦੇ ਸਹਿਤ ਹੋ ਜਾਵੇ, ਉਹ ਕਿਹੜੀ ਗੁਫਾ ਹੈ? ਤੇ ਫਿਰ ਇੱਕ ਇਹ ਸਵਾਲ ਸਿੱਧਾਂ ਨੇ ਕੀਤਾ ਹੈ ਵੀ ਇੱਥੇ ਉੱਥੇ, ਭਾਵ ਹਰ ਇੱਕ ਥਾਂ ਤੇ ਕਿਸ ਨੂੰ ਜਾਣੇ ਇਹ ਜੀ? ਇੱਧਰ ਉੱਧਰ ਹਰ ਇੱਕ ਥਾਂ ਤੇ ਕਿਸ ਨੂੰ ਜਾਣ ਕਰਕੇ ਉਸ ਦੇ ਵਿੱਚ ਸਮਾਵੇ? ਇਤ ਉਤ ਕਿਸ ਕੋ ਜਾਣ ਸਮਾਵੇ, ਇੱਥੇ ਉੱਥੇ ਕਿਸ ਨੂੰ ਇਹ ਸਮਾਇਆ ਹੋਇਆ ਜਾਣੇ? ਤੇ ਸਰਬ ਵਿਆਪਕ ਸਮਾਇਆ ਹੋਇਆ ਜਾਣ ਕੇ ਕਿਸ ਦੇ ਵਿੱਚ ਇਹ ਜੀਵ ਦੀ ਸਮਾਈ ਹੋਵੇ? ਕਿਹੜਾ ਧਿਆਨ ਹੈ ਜਿਸ ਧਿਆਨ ਕਰਨ ਦੇ ਨਾਲ ਜੀਵ ਦਾ ਮਨ ਮੰਨਣ ਕਰਕੇ ਤੇ ਪ੍ਰਭੂ ਦੇ ਵਿੱਚ ਸਮਾ ਜਾਵੇ, ਆਤਮਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਵੇ? ਇਹ 45ਵੀਂ ਪੌੜੀ ਦੇ ਵਿੱਚ ਇਹ ਸਾਰੇ ਸਵਾਲ ਕੀਤੇ ਸਿੱਧਾਂ ਨੇ ਸਾਧ ਸੰਗਤ ਜੀ। ਇਹਨਾਂ ਦੇ ਉੱਤਰ ਅਗਲੀਆਂ 2 ਪੌੜੀਆਂ 'ਚ ਦਿੱਤੇ ਆ ਗੁਰੂ ਬਾਬਾ ਜੀ ਨੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। 46ਵੀਂ ਪੌੜੀ 'ਚ ਦੱਸਦੇ ਆ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਇਹਨਾਂ ਸਵਾਲਾਂ ਦੇ, ਜੋ ਪਿੱਛੇ ਸਵਾਲ ਆਏ ਸਾਰੇ। ਹਉ ਹਉ ਮੈਂ ਵਿੱਚੋਂ ਖੋਵੈ। ਸਤਿਗੁਰੂ ਕਹਿੰਦੇ ਵੀ ਸਿੱਧੋ, ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਵੀ ਜੀਵ ਆਪਣੇ ਦੇਹ ਦਾ ਹੰਕਾਰ ਛੱਡੇ, ਆਪਣੇ ਸਾਧਨਾ ਦਾ ਹੰਕਾਰ ਛੱਡੇ। ਸਭ ਤੋਂ ਪਹਿਲਾਂ ਜੀਵ ਨੂੰ ਦੇਹ ਦਾ ਹੰਕਾਰ ਹੁੰਦਾ, ਆਪਣੇ ਸਰੀਰ ਦਾ ਹੰਕਾਰ ਹੁੰਦਾ ਕਿ ਮੈਂ ਹਾਂ। ਹਰ ਇੱਕ ਬੰਦਾ ਕਹਿੰਦਾ ਨਾ ਮੈਂ ਹਾਂ, ਵੀ ਮੈਂ ਕਿਸੇ ਤੋਂ ਘੱਟ ਥੋੜਾ। ਇਸ ਕਰਕੇ ਆਪਣਾ ਆਪ ਵਿਖਾਉਣ ਦਾ ਹੀ ਯਤਨ ਕਰਦਾ।
ਆਪਣੇ आप। ਹੁਣ ਗੁਰੂ ਘਰ ਦੇ ਵਿੱਚ ਵੀ ਸਾਧ ਸੰਗਤ ਜੀ ਇਥੋਂ ਲਾਭ ਤਾਂ ਪ੍ਰਾਪਤ ਹੋਣਾ ਜੇ ਆਪਣੇ ਆਪ ਨੂੰ ਛੱਡੇ। ਹਉ ਹਉ ਮੈਂ ਵਿੱਚੋਂ ਹੋਵੇ, ਆਪਣੀ ਹਉਮੈ ਛੱਡੇ। ਇੱਥੇ ਤੇ ਆਪਣੇ ਆਪ ਨੂੰ ਮੇਟਣ ਆਉਣਾ, ਆਪਣੇ ਆਪ ਨੂੰ ਮੇਟੇਗਾ ਤੇ ਤਾਂ ਗੁਰੂ ਪ੍ਰਗਟ ਹੋਵੇਗਾ। ਪਰ ਗੁਰੂ ਘਰ ਵਿੱਚ ਆ ਕੇ ਵੀ ਗੁਰੂ ਨੂੰ ਵੇਖਣ ਵਾਸਤੇ ਘੱਟ ਹੀ ਦੁਨੀਆ ਆਉਂਦੀ, ਆਪਣਾ ਆਪ ਵਿਖਾਉਣ ਵਾਸਤੇ ਜ਼ਿਆਦਾ ਹੀ ਆਉਂਦੀ ਵੀ ਦੂਜੇ ਮੈਨੂੰ ਵੇਖਣ, ਮੈਂ ਕੋਈ ਦੂਸਰਿਆਂ ਨਾਲੋਂ ਵੱਖਰਾ ਹੋਵਾਂ, ਦੂਸਰਿਆਂ ਨਾਲੋਂ ਵੱਡਾ ਹੋਵਾਂ, ਮੇਰਾ ਮਾਣ ਸਨਮਾਨ ਕੋਈ ਦੂਜਿਆਂ ਨਾਲੋਂ ਬਹੁਤਾ ਹੋਵੇ। ਤੇਰੇ ਵਿੱਚ ਪਿੱਛੇ ਕੀ ਕਾਰਨ ਹੈ? ਪਿੱਛੇ ਤਾਂ ਹੋ ਹੀ ਆ, ਹੰਗਤਾ ਮਮਤਾ ਹੀ ਹੈ, ਹੰਕਾਰ ਹੀ ਖਲੋਤਾ ਹੋਇਆ ਹੈ। ਪਰ ਗੁਰੂ ਸਾਹਿਬ ਕਹਿੰਦੇ ਨੀਵਾ ਹੋ ਕੇ ਆ, ਨਿਮਾਣਾ ਹੋ ਕੇ ਆਵੇਂਗਾ, ਮਾਣ ਪ੍ਰਾਪਤ ਹੋਵੇਗਾ। ਦੁਨੀਆਦਾਰੀ ਵਾਲਾ ਮਾਣ ਨਹੀਂ, ਉਹ ਮਾਣ ਮਿਲੇਗਾ ਜੇ ਨਿਮਾਣਾ ਹੋ ਕੇ ਆਵੇਂਗਾ, ਜਿਹੜਾ ਮਾਣ ਗੁਰੂ ਸਾਹਿਬ ਜੀ ਦਿੰਦੇ। ਸਤਿਗੁਰੂ ਜੀ ਨਿਮਾਣਿਆਂ ਨੂੰ ਮਾਣ ਦਿੰਦੇ, ਤੇ ਜਿਹੜੇ ਮਾਣ ਦੇ ਸਹਿਤ ਆਉਂਦੇ ਉਹਨਾਂ ਦਾ ਮਾਣ ਲਾਉਂਦੇ। ਜੋ ਨਿਮਾਣੇ ਉਹ ਕਰਕੇ ਆਉਂਦੇ ਆ, ਨਿਮਾਣਿਆਂ ਨੂੰ ਮਾਣ ਦਿੰਦੇ, ਨਿਤਾਣਿਆਂ ਨੂੰ ਤਾਣ ਦਿੰਦੇ, ਨਿਉਟਿਆਂ ਨੂੰ ਓਟ ਦਿੰਦੇ, ਨਿਆਸਰਿਆਂ ਨੂੰ ਆਸਰਾ ਦਿੰਦੇ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ ਕਿ ਸਾਰਿਆਂ ਦੀ ਚਰਨ ਧੂੜੀ ਬਣ ਕੇ, ਨੀਵਾ ਬਣ ਕੇ ਆ ਸਾਡੇ ਕੋਲੇ, ਫਿਰ ਪ੍ਰਵਾਨ ਹੋਵੇਗਾ ਤੇਰਾ ਆਉਣਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਆਸ। ਸਾਰਿਆਂ ਦੀ ਚਰਨ ਧੂੜੀ ਬਣ ਕੇ ਸਾਡੇ ਪਾਸ ਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹਉ ਹਉ ਮੈਂ ਵਿੱਚੋਂ ਹੋਵੇ। ਵੀ ਸਿੱਧੋ ਇਹ ਜੀਵ ਨੂੰ ਹਉ ਹਉ ਕਰਨੀ ਤੇ ਮੈਂ ਕਰਨੀ ਵਿੱਚੋਂ ਪਹਿਲਾਂ ਤਿਆਗਣੀ ਪਵੇਗੀ, ਨਾਸ ਕਰਨੀ ਪਵੇਗੀ। ਕਿ ਆਪਣੀ ਦੇਹ ਦਾ ਹੰਕਾਰ ਤਿਆਗਣਾ ਪਵੇਗਾ। ਫਿਰ ਦੇਹ ਦੇ ਨਾਲ ਜਿਹੜੇ ਸਾਧਨ ਕਰਦਾ ਹੈ ਉਹਨਾਂ ਸਾਧਨਾਂ ਦਾ ਹੰਕਾਰ ਤਿਆਗਣਾ ਪਵੇਗਾ। ਕਿਉਂਕਿ ਜਿੰਨੇ ਸਾਧਨ ਕੀਤੇ ਜਾਂਦੇ ਹਨ ਉਹਨਾਂ ਦਾ ਵੀ ਹੰਕਾਰ ਹੁੰਦਾ, ਜਿੰਨੇ ਕਰਮ ਧਰਮ ਕੀਤੇ ਜਾਂਦੇ ਉਹਨਾਂ ਦਾ ਵੀ ਹੰਕਾਰ ਹੋ ਜਾਂਦਾ ਜੀ। ਸੇਵਾ ਕਰਕੇ ਵੀ ਹੰਕਾਰ ਕਰ ਲੈਂਦਾ ਹੈ, ਸਿਮਰਨ ਕਰਕੇ ਵੀ ਹੰਕਾਰ ਕਰਦਾ ਹੈ, ਤੀਰਥ ਯਾਤਰਾ ਕਰਕੇ ਵੀ ਹੰਕਾਰ ਕਰਦਾ ਹੈ। ਤੇ ਜਿੰਨਾ ਚਿਰ ਹਉ ਕਰਦਾ ਹੈ ਉਹਨਾਂ ਚਿਰ ਫਿਰ ਕੀਤਾ ਹੋਇਆ ਸਾਰਾ ਨਿਸਫਲ ਚਲੇ ਜਾਂਦਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸਨਾਨ। ਹਾਥੀ ਨਹਾਤਾ ਵੀ ਦਰਿਆ ਦੇ ਵਿੱਚ ਪ੍ਰਵੇਸ਼ ਕਰਕੇ, ਪਰ ਬਾਹਰ ਨਿਕਲ ਕੇ ਆਪਣੀ ਸੁੰਡ ਨਾਲ ਮਿੱਟੀ ਚੁੱਕ ਕੇ ਫੇਰ ਗਿੱਲੇ ਪਿੰਡੇ ਤੇ ਪਾ ਲਈ, ਅੱਗੇ ਨਾਲੋਂ ਜ਼ਿਆਦਾ ਲਿਬੜ ਗਿਆ। ਤੀਰਥਾਂ ਦੀ ਯਾਤਰਾ ਕੀਤੀ, ਦਾਨ ਪੁੰਨ ਕੀਤਾ, ਸ਼ੁਭ ਕਰਮ ਕੀਤੇ, ਪਰ ਹੰਕਾਰ ਕਰ ਲਿਆ ਵੀ ਮੈਂ ਇੰਨੀ ਯਾਤਰਾ ਕੀਤੀ, ਮੈਂ ਇੰਨਾ ਦਾਨ ਪੁੰਨ ਕੀਤਾ, ਮੈਂ ਇੰਨਾ ਵਰਤ ਨਿਯਮਾਂ ਦੇ ਵਿੱਚ ਰਿਹਾ। ਗੁਮਾਨ ਕੀਤਾ ਤੇ ਮਹਾਰਾਜ ਕਹਿੰਦੇ ਸਭ ਕੁਝ ਨਿਸਫਲ ਚਲੇ ਗਿਆ, ਫਲ ਕੋਈ ਵੀ ਨਹੀਂ ਮਿਲਿਆ, ਸਗੋਂ ਅੱਗੇ ਨਾਲੋਂ ਹੰਕਾਰ ਵੱਧ ਗਿਆ। ਗਰੀਬ ਨਵਾਜ ਕਹਿੰਦੇ ਇੱਥੇ ਤਾਂ ਭਾਈ ਨੀਵਾ ਹੋ ਕੇ ਆ, ਜੇ ਕੁਝ ਕਰਦਾ ਵੀ ਹੈ ਤੇ ਫਿਰ ਵੀ ਕਰਕੇ ਸ਼ੁਕਰਾਨਾ ਕਰਿਆ ਕਰਕੇ ਮਹਾਰਾਜ ਇਹ ਸੇਵਾ, ਇਹ ਸਿਮਰਨ, ਇਹ ਸਭ ਧਰਮ ਕਰਮ ਆਪ ਜੀ ਨੇ ਆਪਣੀ ਕਿਰਪਾ ਕਰਕੇ ਕਰਵਾ ਲਿਆ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਮਹਾਰਾਜ ਕਹਿੰਦੇ ਇਹ ਕਿਆ ਕਰ ਵੀ ਇਹ ਸਰੀਰ ਵੀ, ਇਹ ਜਿੰਦ ਜਾਨ ਵੀ ਸਤਿਗੁਰੂ ਆਪ ਜੀ ਨੇ ਦਿੱਤੀ ਆ, ਤੇ ਸਾਰੀ ਵਡਿਆਈ ਦਿੱਤੀ ਹੋਈ ਵੀ ਆਪ ਜੀ ਦੀ ਆ। ਇਹ ਅਸਲੀਅਤ ਵਿੱਚ ਹਿਰਦਿਓਂ ਮੰਨਿਆ ਕਰ, ਮੇਰਾ ਤੇ ਕੋਈ ਨਾਂ ਨਹੀਂ ਜਾਣਦਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਭ ਆਪ ਜੀ ਦੀਆਂ ਵਡਿਆਈਆਂ, ਤੇ ਵਡਿਆਈਆਂ ਸਾਰੀਆਂ ਸਤਿਗੁਰਾਂ ਦੀਆਂ ਹੀ ਆ। ਸਤਿਗੁਰੂ ਮਹਾਰਾਜ ਸਾਹਿਬ ਵੀ ਆਪਣੇ ਸਿੱਖਾਂ ਸੇਵਕਾਂ ਨੂੰ ਵਡਿਆਈਆਂ ਦਿੰਦੇ ਆ, ਪਰ ਸਿੱਖ ਸੇਵਕ ਮਹਾਰਾਜ ਸਾਹਿਬ ਜੀ ਦਾ ਹਰ ਵੇਲੇ ਝੁਕ ਕੇ ਸ਼ੁਕਰਾਨਾ ਕਰਦੇ ਰਹਿੰਦੇ। ਸਤਿਗੁਰਾਂ ਦੀ ਮਹਿਮਾ ਹੈ, ਸਤਿਗੁਰਾਂ ਦੀ ਵੀ ਸਾਰੀ ਵਡਿਆਈ ਹੈ।
क्योंकि गुरबाणी च बचन महाराज कहते तन मन तेरा धन भी तेरा। ये तन भी सतगुरां दा ही है, परमेश्वर का दिता होया है, मन भी ते धन भी सतगुरां ने दिता। इस करके हे सिद्धो सब तो पहला ये जीव अपने अंदरों देह की अंगता त्यागे, देह का अहंकार त्यागे, फिर साधना दी, फिर होर कई प्रकार की मैं जीव ने धारी हुई है, उस मैं नूं हंकार नूं त्यागे। भगत कबीर साहब जी ने यह हंकार त्यागण वास्ते कई वचन कहे। वो कहते इंसान अपने शरीर का हंकार ना करया कर, क्योंकि ये शरीर तैनूं कुछ समय वास्ते मिलिया है, इनू तू छड्ड के चले जाना। कबीर गर्भ ना कीजिए, चाम लपेटे हाड़, ये हड्डां दे उत्ते चामी लपेटिया होया जिस शरीर का तू हंकार करी जाना। हैवर ऊपर छतर तर ते फुन धरनी गाड़। हैवर वधिया नस्ल के घोड़ियां ते जो सवारी करते सी, छतरां दे थल्ले रहिंदे सी, वो भी धरती च गड्डी गए। तू किहड़ी गल दा मान करदा पिया, एक दिन ये शरीर भी नहीं होना। फिर बंदा अपने उच्चे घर का मान करदा, जमीन जायदाद का भी हंकार करता। भगत कबीर साहब जी हंकार त्यागण वास्ते कहते कबीर गर्भ ना कीजिए, ऊंचा देख आवास, आज काल भोए लेटना ऊपर जामै घास। कहते अजकल जो सवास पूरे हो गए, जमीन ते भोए ते लेटना पैना, उत्थे घाह भी पैदा हो जाता। उत्ते ये उच्चे घर का भी मान ना कर। कबीर गर्भ ना कीजिए, रंक ना हसीए कोए। कई बारी किसी गरीब का मखौल भी उडाउण लग पैंदा जी। भगत जी कहते अपनी अमीरी का मान ना कर, किसी गरीब नूं वेख के मश्करी ना करया कर, मखौल ना करया कर, क्योंकि तेरी जिंदगी की बेड़ी संसार के समुद्र विच है। पता नहीं इन्हें मंझ धार विच पै के डुब जाना कि बन्ने लगना, किनारे लगना कि विच ही रहना। कबीर गर्भ ना कीजिए, रंक ना हसीए कोए। अजो सो नाव समुद्र में है, क्या जानो क्या होए। की जानिए की होवेगा, बेड़ी कंढे लगनी कि नहीं लगनी, कादा हंकार करना। कबीर गर्भ ना कीजिए, देही देख सुरंग। सोने रंगी देह वेख के, कंचन वर्गी देह वेख के हंकार ना कर। आज काल तज जाहोगे, ज्यों कांचुरी भुयंग। अज जां कल नूं इस देह नूं छड्ड के चले जावांगे, जिवें सप कुंज ला के चले जांदा। बंदिया तू विचों चले जाना, तेरी रूह ने विचों चले जाना, ते जिवें सप दी कुंज पई रहिंदी आ, इसे तरह तेरी देह इत्थे पई रहनी। जगत गुरु जी कहंदे हौ हौ मैं विच होवै। ये हौ हौ करनी, हंगता करनी, ममता करनी, मैं मेरी करनी, अपने विचों त्यागे, अपने विचों नाश करे हंगता ते ममता नूं। जो दूजा गुण अंदर बनिया होया, मेर तेर बनी हुई है, ये द्वैत भाव बनिया होया है, इस नूं मेट करके फिर एक होवे, फिर एक दा ही रूप हो जाता है, फिर एक दे विच ही समा जाता है, एक दा रूप हो जाता है। जग करना सिद्धा ने सवाल किया सी कि मोम के दंदां दे नाल लोहा किवें खाधा जाए। ये संसार जिहड़ा है ये सख्त लोहे की तरह है, ते जिहड़े धर्म के साधन ये मोम के दंदां की तरह हैं। मोम के दंदां नाल लोहा किवें खाधा जा सकता। ते जगत गुरु जी कहते आ ये जिहड़ा जग है ना, ये करड़ा मनमुखां वास्ते है। जग करड़ा मनमुख गावार, जो मन की मर्जी करने वाले, गावार का अर्थ है मूर्ख, बेसमझ। जो मनमुख मूर्खान, मनमुख गावार आ, उन्हां दे वास्ते ते जग खाना करड़ा है।
ਭਾਵ ਜੱਗ ਤੋਂ ਪਾਰ ਉਤਰਨਾ ਉਹਨਾਂ ਵਾਸਤੇ ਔਖਾ ਹੈ, ਉਹਨਾਂ ਵਾਸਤੇ ਜੱਗ ਕਰੜਾ ਹੈ, ਜੱਗ ਔਖਾ ਹੈ। ਉਹਨਾਂ ਕੋਲੇ ਉਹ ਦੰਦ ਨਹੀਂ ਜਿਨ੍ਹਾਂ ਦੰਦਾਂ ਦੇ ਨਾਲ ਇਹ ਕਰੜਾ ਸੰਸਾਰ ਚੱਬਿਆ ਜਾ ਸਕੇ, ਖਾਧਾ ਜਾ ਸਕੇ। ਖਾਣ ਤੋਂ ਭਾਵ ਹੈ ਕਿ ਇਸ ਸੰਸਾਰ ਤੋਂ ਪਾਰ ਉਤਰਿਆ ਜਾਵੇ, ਇਸ ਸੰਸਾਰ ਦੇ ਵਿਕਾਰਾਂ ਨੂੰ ਅਭਾਵ ਕੀਤਾ ਜਾਵੇ, ਔਗਣਾ ਪਾਪਾਂ ਨੂੰ ਸਮਾਪਤ ਕੀਤਾ ਜਾਣ ਤੋਂ ਭਾਵ ਹੈ। ਮਹਾਰਾਜ ਕਹਿੰਦੇ ਜਿਹੜੇ ਮਨਮੁਖ ਮੂਰਖ ਆ ਉਹਨਾਂ ਵਾਸਤੇ ਇਹ ਜਿਹੜਾ ਜੱਗ ਹੈ ਇਹ ਕਰੜਾ ਸਖਤ ਹੈ। ਸਬਦ ਕਮਾਈਐ ਖਾਈਐ ਸਾਰ। ਪਰ ਸਿੱਧੋ ਜੇ ਗੁਰੂ ਕੇ ਸ਼ਬਦ ਦੀ ਕਮਾਈ ਕਰੀਏ ਨਾ, ਸ਼ਬਦ ਨੂੰ ਕਮਾਈਏ, ਤੇ ਫਿਰ ਇਸ ਸੰਸਾਰ ਰੂਪੀ ਕਰੜੇ ਸੰਸਾਰ ਨੂੰ, ਇਸ ਸਾਰ ਨਾਮ ਲੋਹੇ ਦਾ, ਇਹ ਲੋਹੇ ਨੂੰ ਫਿਰ ਖਾ ਜਾਈਦਾ, ਇਹ ਲੋਹੇ ਨੂੰ ਚੱਬ ਜਾਈਦਾ ਸ਼ਬਦ ਦੇ ਦੰਦਾਂ ਦੇ ਨਾਲ। ਸ਼ਬਦ ਨੂੰ ਜਿਹੜਾ ਕਮਾਉਣਾ ਹੈ ਨਾ, ਇਹ ਜਾਣੋ ਕਿ ਮੋਮ ਦੇ ਦੰਦ ਹੀ ਹਨ। ਸ਼ਬਦ ਦੀ ਜੋ ਸਾਧਨਾ ਹੈ, ਸ਼ਬਦ ਦਾ ਜੋ ਅਭਿਆਸ ਹੈ, ਸ਼ਬਦ ਦੀ ਜੋ ਕਮਾਈ ਹੈ, ਇਹ ਜਾਣੋ ਮੋਮ ਦੇ ਦੰਦ ਆ। ਪਰ ਇਹਨਾਂ ਮੋਮ ਦੇ ਦੰਦਾਂ ਦੇ ਨਾਲ ਲੋਹਾ ਵੀ ਖਾ ਜਾਈਦਾ। ਲੋਹਾ ਕਿਹੜਾ ਹੈ? ਇਹ ਜੱਗ ਜਿਹੜਾ ਕਰੜਾ ਹੈ। ਇਹਦੇ ਵਿੱਚ ਕਰੜਾਪੁਣਾ ਕੀ ਹੈ? ਇਹਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਝੂਠ ਹੈ, ਨਿੰਦਿਆ ਹੈ, ਚੁਗਲੀ ਹੈ, ਈਰਖਾ ਹੈ, ਇਹ ਉਸਤਤੀ ਨਿੰਦਿਆ ਆਦਿਕ, ਹਰਕ ਸੋਗ ਆਦਿਕ, ਇਹ ਇਹਦੀ ਕਰੜਾਈ ਹੈ ਜੱਗ ਦੀ। ਇਹਦੇ 'ਚ ਇਹੀ ਕਰੜਾਪੁਣਾ, ਇਹੀ ਲੋਹਾ ਚੱਬਣਾ ਹੈ। ਜੇ ਸ਼ਬਦ ਦੀ ਕਮਾਈ ਕਰੀਏ ਤੇ ਇਸ ਕਰੜੇ ਜੱਗ ਨੂੰ, ਇਹ ਕਰੜੇ ਸੰਸਾਰ ਰੂਪੀ ਸਾਰ ਲੋਹੇ ਨੂੰ ਖਾ ਜਾਈਦਾ ਹੈ। ਭਾਵ ਇਹਨਾਂ ਵਿਕਾਰਾਂ ਦਾ ਖਾਤਮਾ ਕਰ ਜਾਈਦਾ ਹੈ, ਇਸ ਸੰਸਾਰ ਤੋਂ ਪਾਰ ਹੋ ਜਾਈਦਾ। ਕਿਉਂਕਿ ਇੱਥੇ ਸਿੱਧਾ ਨੇ ਆਖਿਆ ਵੀ ਲੋਹਾ ਕਿਵੇਂ ਚੱਬਿਆ ਜਾਵੇ ਮੋਮ ਦੇ ਦੰਦਾਂ ਨਾਲ, ਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਹੈ ਕਿ ਸ਼ਬਦ ਦੀ ਕਮਾਈ ਦੇ ਨਾਲ ਲੋਹਾ ਖਾ ਜਾਈਦਾ। ਭਾਵ ਇਹ ਸੰਸਾਰ ਦਾ ਜਿਹੜਾ ਕਰੜਾ ਪੁਣਾ ਇਹਨੂੰ ਚੱਬ ਜਾਈਦਾ, ਇਹਨਾਂ ਵਿਕਾਰਾਂ ਤੋਂ ਇਹਨਾਂ ਨੂੰ ਸਮਾਪਤ ਕਰ ਦੇਈਦਾ ਤੇ ਸੰਸਾਰ ਤੋਂ ਪਾਰ ਹੋ ਜਾਈਦਾ। ਜਿਵੇਂ ਇੱਥੇ ਮਹਾਰਾਜ ਸਾਹਿਬ ਜੀ ਨੇ ਜੱਗ ਨੂੰ ਕਰੜਾ ਆਖਿਆ, ਜੱਗ ਨੂੰ ਜਿਹੜਾ ਵਾ ਇਹ ਲੋਹੇ ਚੱਬਣ ਦੀ ਤਰ੍ਹਾਂ ਆਖਿਆ, ਇਸੇ ਤਰ੍ਹਾਂ ਬਾਣੀ ਦੇ ਅੰਦਰ ਜੱਗ ਨੂੰ ਤਰਨਾ, ਸਮੁੰਦਰ ਨੂੰ ਤਰਨਾ ਵੀ ਆਖਿਆ ਕਿ ਸੰਸਾਰ ਇੱਕ ਸਮੁੰਦਰ ਵਾ ਤੇ ਇਹਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਲਹਿਰਾਂ, ਕਿਤੇ ਕਾਮ ਦੀਆਂ ਲਹਿਰਾਂ, ਕਿਤੇ ਕ੍ਰੋਧ ਦੀਆਂ, ਕਿਤੇ ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਲਹਿਰਾਂ। ਸਮੁੰਦਰ ਵੀ ਆਖਿਆ ਮਹਾਰਾਜ ਨੇ, ਸੰਸਾਰ ਤੋਂ ਪਾਰ ਹੋਣਾ, ਇੱਕ ਸਮੁੰਦਰ ਤੋਂ ਪਾਰ ਹੋਣਾ। ਪਰ ਇਹ ਸਾਰਾ ਕੁਝ ਔਖਾ ਮਹਾਰਾਜ ਕਹਿੰਦੇ ਮਨਮੁਖ ਗਵਾਰਾਂ ਵਾਸਤੇ ਹੈ, ਗੁਰਮੁਖਾਂ ਵਾਸਤੇ ਨਹੀਂ। ਗੁਰਮੁਖਾਂ ਵਾਸਤੇ ਤਰਨਾ ਸੁਖੈਨ ਹੈ, ਕਿਉਂਕਿ ਗੁਰਮੁਖਾਂ ਨੂੰ ਪਾਰ ਲਾਉਂਦੇ ਆ ਉਹਨਾਂ ਦੇ ਗੁਰੂ ਸਤਿਗੁਰੂ ਜੀ। ਨਾਮ ਦੇ ਜਹਾਜ਼ ਤੇ ਚੜਾ ਕੇ ਤੇ ਸੰਸਾਰ ਭਾਵੇਂ ਸਮੁੰਦਰ ਵਾ, ਇਹਦੇ ਤੋਂ ਤਾਰ ਦਿੰਦੇ ਸਤਿਗੁਰੂ ਜੀ। ਗੁਰੂ ਆਪ ਮਲਾਹ ਬਣ ਜਾਂਦੇ ਤਾਰਨ ਵਾਲੇ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਮਹਾਰਾਜ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰੀਏ ਤਾਂ ਸਿੱਧੋ ਇਹ ਲੋਹੇ ਨੂੰ ਵੀ ਚੱਬ ਜਾਈਦਾ ਹੈ। ਅੰਤਰ ਬਾਹਰ ਇੱਕੋ ਜਾਣੈ। ਫਿਰ ਇਹਨਾਂ ਆਖਿਆ ਸੀ ਵੀ ਸਾਰੇ ਪਾਸਾਂ ਦੇ ਉੱਤੇ ਕਿਸ ਨੂੰ ਜਾਣੇ, ਤਾਂ ਮਹਾਰਾਜ ਕਹਿੰਦੇ ਵੀ ਅੰਤਰ ਬਾਹਰ ਇੱਕੋ ਜਾਣੈ। ਅੰਦਰ ਤੇ ਬਾਹਰ ਇੱਕ ਨੂੰ ਜਾਣੇ, ਇੱਕ ਨਾਲ ਸਾਂਝ ਪਾਵੇ। ਇੱਕ ਜੋ ਵਾਹਿਗੁਰੂ ਹੈ ਨਾ, ਪਰਮੇਸ਼ਰ ਹੈ, ਉਹੀ ਅੰਦਰ ਵਸਿਆ ਹੋਇਆ, ਉਹੀ ਬਾਹਰ ਹੈ। ਇਸ ਗੱਲ ਨੂੰ ਜਾਣੇ, ਸਮਝੇ। ਜਾਣਨਾ ਹੋਰ ਹੁੰਦਾ ਹੈ ਤੇ ਕਹਿਣਾ ਹੋਰ ਹੁੰਦਾ। ਸਾਧ ਸੰਗਤ, ਕਹਿਣਾ ਹੋਰ ਹੁੰਦਾ ਹੈ। ਜਿਵੇਂ ਸੰਸਾਰ ਕਹਿੰਦਾ ਹੈ ਵੀ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਹੈ, ਜਿਵੇਂ ਸੰਸਾਰ ਕਹਿੰਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਹਰ ਇੱਕ ਥਾਂ ਤੇ ਵਸਦਾ, ਸਾਰੀ ਦੁਨੀਆ ਕਹਿੰਦੀ ਆ ਨਾ।
ਪਰ ਸਾਰਿਆਂ ਨੇ ਜਾਣਿਆ ਤਾਂ ਨਹੀਂ ਹੈ। ਜਾਣਿਆ ਉਸਨੇ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਜਣਾ ਦਿੱਤਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਨਹੀਂ ਤਾਂ ਆਪਣੇ ਆਪ ਨਹੀਂ ਜਾਣਿਆ ਜਾਂਦਾ। ਕਹਿਣਾ ਹੋਰ ਗੱਲ ਹੈ ਤੇ ਜਾਣਨਾ ਹੋਰ ਗੱਲ ਹੈ। ਕਥਨ ਕਰਨਾ ਹੋਰ ਗੱਲ ਹੈ, ਬੋਲਣਾ ਹੋਰ ਗੱਲ ਹੈ। ਕਹਿ ਦੇਣਾ ਵੀ ਪਰਮਾਤਮਾ ਸਾਰੀਆਂ ਥਾਵਾਂ ਦੇ ਉੱਤੇ ਵਸਿਆ ਹੋਇਆ। ਤੇ ਇਹ ਗੱਲ ਗੁਰਬਾਣੀ 'ਚ ਹੀ ਆਖੀ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਬਹੁਤ ਦੁਨੀਆ ਇਹ ਗੱਲ ਕਹਿੰਦੀ ਹੈ, ਸਾਰੇ ਕਹਿੰਦੇ ਲਗਭਗ ਇਹ ਪ੍ਰਮਾਤਮਾ ਜੀ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ, ਉਹ ਸਾਰੀਆਂ ਥਾਵਾਂ ਤੇ ਵਸਿਆ। ਤੇ ਮਹਾਰਾਜ ਕਹਿੰਦੇ ਫਿਰ ਚੋਰੀ ਕਿਉਂ ਕਰਦੇ, ਫਿਰ ਜਾਰੀ ਕਿਉਂ ਕਰਦੇ ਆ, ਫਿਰ ਠੱਗੀ ਕਿਉਂ ਮਾਰਦੇ ਆ, ਫਿਰ ਝੂਠ ਕਿਉਂ ਬੋਲਦੇ ਆ, ਫਿਰ ਨਿੰਦਿਆ ਕਿਉਂ ਕਰਦਾ ਬੰਦਾ? ਕਿਉਂਕਿ ਕਹਿੰਦਾ ਵਾ ਵੀ ਰੱਬ ਸਾਰੀਆਂ ਥਾਵਾਂ ਤੇ ਵਸਦਾ ਹੈ, ਪਰ ਜਾਣਦਾ ਨਹੀਂ, ਸਮਝਦਾ ਨਹੀਂ। ਜਿੱਥੇ ਕਿਸੇ ਦਾ ਦਾਅ ਲੱਗਦਾ ਲਾਈ ਜਾਂਦਾ, ਜਿੱਥੇ ਦਾਅ ਲੱਗਿਆ। ਤੋ ਇਸ ਕਰਕੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਮਹਾਰਾਜ ਕਹਿੰਦੇ ਬੁੱਝਿਆ ਨਹੀਂ ਨਾ, ਸਿਰਫ ਆਖਿਆ ਹੀ ਆ, ਕਹਿਣਾ ਹੀ ਕਹਿਣਾ ਹੈ, ਸਮਝਿਆ ਨਹੀਂ, ਬੁੱਝਿਆ ਨਹੀਂ। ਬੁੱਝੇਗਾ ਕਿੱਥੋਂ? ਮਹਾਰਾਜ ਕਹਿੰਦੇ ਬੁੱਝੇਗਾ ਗੁਰੂ ਸਾਹਿਬ ਦੇ ਪਾਸੋਂ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਸ ਨੂੰ ਮਹਾਰਾਜ ਸਾਹਿਬ ਜੀ ਜਣਾਉਂਦੇ ਉਹੀ ਜਾਣਦਾ। ਉਹ ਫਿਰ ਹਰ ਵੇਲੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ, ਪਰਮਾਤਮਾ ਦੇ ਗੁਣ ਗਾਉਂਦਾ। ਤੋ ਇਸ ਕਰਕੇ ਅੰਦਰ ਵੀ ਉਹ ਵਸਿਆ ਹੋਇਆ, ਬਾਹਰ ਵੀ ਉਹ ਵਸਿਆ ਹੋਇਆ ਹੈ। ਪਰ ਮਹਾਰਾਜ ਕਹਿੰਦੇ ਇਸ ਨੂੰ ਜਾਣੇ ਵੀ ਨਾ ਜੀ। ਵਸਿਆ ਤਾਂ ਹੋਇਆ ਹੈ ਪਰਮੇਸ਼ਰ, ਪਰ ਇਹਨੇ ਵਸੇ ਹੋਏ ਨੂੰ ਵੀ ਜਾਣਿਆ ਨਹੀਂ। ਅੰਦਰ ਵਸਿਆ ਹੋਇਆ ਭੁੱਲ ਗਿਆ ਇਸ ਨੂੰ, ਬਾਹਰ ਵਸਿਆ ਹੋਇਆ ਵੀ ਭੁੱਲ ਗਿਆ। ਗੁਰਬਾਣੀ ਅੰਦਰ ਇਹ ਤਾਂ ਨਹੀਂ ਗੱਲ ਆਖੀ ਮਹਾਰਾਜ ਸਾਹਿਬ ਨੇ ਵੀ ਰੱਬ ਗਵਾਚ ਗਿਆ, ਇਹ ਤਾਂ ਨਹੀਂ ਆਖਿਆ। ਗੁਰੂ ਸਾਹਿਬ ਨੇ ਵਾਰ-ਵਾਰ ਇਹ ਆਖਿਆ ਵੀ ਭੁੱਲ ਗਿਆ। ਬੰਦਿਆ ਤੈਨੂੰ ਪ੍ਰਮਾਤਮਾ ਭੁੱਲ ਗਿਆ, ਵਿਸਰ ਗਿਆ। ਵਿਸਰ ਗਿਆ ਕਿੰਨੀ ਵਾਰੀ ਸ਼ਬਦ ਆਉਂਦਾ ਬਾਣੀ ਅੰਦਰ। ਤੇ ਸੰਗਤ ਕਾਹਦੇ ਵਾਸਤੇ ਕਰਨੀ ਆ? ਗੁਰੂ ਸਾਹਿਬ ਦਾ ਦਰਸ਼ਨ ਕਿਉਂ ਕਰਨਾ? ਗੁਰੂ ਸਾਹਿਬ ਜੀ ਨੂੰ ਨਮਸਕਾਰ ਕਿਉਂ ਕਰਨੀ ਆ? ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਕਿਉਂ ਆਉਣਾ? ਕਿ ਗੁਰੂ ਕੇ ਉਪਦੇਸ਼ ਦੇ ਨਾਲ ਜੋ ਵਿਸਰ ਗਿਆ ਪ੍ਰਮਾਤਮਾ ਉਹ ਚੇਤੇ ਆ ਜਾਵੇ, ਉਹ ਯਾਦ ਆ ਜਾਵੇ। ਵਾਰ-ਵਾਰ ਮਹਾਰਾਜ ਸਾਹਿਬ ਜੀ ਇਹੀ ਗੱਲ ਕਹਿੰਦੇ ਆ ਵੀ ਤੈਨੂੰ ਪ੍ਰਭੂ ਭੁੱਲ ਗਿਆ, ਤੈਨੂੰ ਦਾਤਾ ਭੁੱਲ ਗਿਆ। ਜਿਹਦੀਆਂ ਦਿੱਤੀਆਂ ਤੂੰ ਸਾਰੀ ਉਮਰ ਦਾਤਾਂ ਵਰਤਦਾ, ਉਹ ਦਾਤਾ ਵੀ ਚੇਤੇ ਕਰਨਾ। ਉਹ ਦਾਤਾ ਤਾਂ ਭੁੱਲ ਗਿਆ। ਦਾਤ ਪਿਆਰੇ ਵਿਸਰਿਆ ਦਾਤਾਰਾ। ਦਾਤਾਂ ਪਿਆਰੀਆਂ ਲੱਗ ਰਹੀਆਂ ਤੈਨੂੰ, ਪਰ ਜਿੰਨੇ ਦਿੱਤੀਆਂ ਉਹ ਤਾਂ ਚੇਤੇ ਹੀ ਨਹੀਂ ਕਰੀ ਕੀਤਾ। ਦਾਤਾ ਵਿਸਰ ਗਿਆ। ਜਾਂ ਕਦੇ ਕਦੇ ਚੇਤੇ ਕਰਦਾ ਜਦੋਂ ਕਿਤੇ ਲੋੜ ਪੈਂਦੀ ਹੈ, ਜਦੋਂ ਕਿਤੇ ਕੰਮ ਕੋਈ ਪੈਂਦਾ ਹੈ ਨਾ, ਕੋਈ ਕਾਰਜ ਪੈਂਦਾ, ਉਦੋਂ ਚੇਤੇ ਕਰਦਾ। ਇਹ ਵੀ ਬਾਣੀ 'ਚ ਬਚਨ ਆਖਿਆ ਮਹਾਰਾਜ ਸਾਹਿਬ ਜੀ। ਕਹਿੰਦੇ ਗੱਲ ਇਹ ਨਹੀਂ ਵੀ ਉਦੋਂ ਨਹੀਂ ਚੇਤੇ ਕਰਨਾ ਚਾਹੀਦਾ। ਹਾਂ, ਕੰਮ ਪੈਣ ਤੇ ਵੀ ਤੂੰ ਚੇਤੇ ਕਰਦਾ, ਤੇਰਾ ਕਾਰਜ ਫਿਰ ਵੀ ਪੂਰਾ ਕਰਦਾ। ਪਰ ਜਿਸ ਨੂੰ ਕੰਮ ਪੈਣ ਤੇ ਚੇਤੇ ਕਰਦਾ, ਜੇ ਉਹਨੂੰ ਰੋਜ਼ ਚੇਤੇ ਕਰਿਆ ਕਰੇ ਤੇ ਅਮਰ ਨਾ ਹੋ ਜਾਵੇ, ਅਵਿਨਾਸੀ ਨਾ ਹੋ ਜਾਵੇ, ਉਹਦਾ ਰੂਪ ਨਾ ਹੋ ਜਾਵੇ ਜੇ ਰੋਜ਼ ਹੀ ਯਾਦ ਕਰੇ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ। ਅਮਰਾਪੁਰ ਵਾਸਾ ਕਰਹੁ ਹਰ ਗਿਆ ਬਹੋਰੈ ਬਿਤ। ਫਿਰ ਅਮਰਪੁਰੀ ਵਿੱਚ ਤੇਰਾ ਵਾਸਾ ਹੋ ਜਾਵੇ। ਸਤਿਗੁਰੂ ਜੀ ਨੇ ਵਾਰ-ਵਾਰ ਆਖਿਆ ਵੀ ਬੰਦੇ ਨੂੰ ਪ੍ਰਮਾਤਮਾ ਭੁੱਲ ਗਿਆ ਹੈ ਨੇੜੇ ਹੀ, ਪਰ ਨੇੜੇ ਵਸਦਾ ਹੋਇਆ ਵੀ ਭੁੱਲ ਗਿਆ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ, ਉਹ ਮੈਨੂੰ ਵਿਸਰੇ ਨਾ, ਉਹ ਭੁੱਲੇ ਨਾ। ਸਤਿਗੁਰੂ ਕਹਿੰਦੇ ਉਹਨੂੰ ਚੇਤੇ ਕਰ। ਭਾਈ ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ।
ਉਹ ਕਿਉਂ ਭੁੱਲੇ ਜਿਸ ਨੇ ਸਾਰਾ ਕੁਝ ਦਿੱਤਾ? ਉਹ ਕਿਉਂ ਵਾਹਿਗੁਰੂ ਭੁੱਲੇ ਜਿਸ ਨੇ ਜੀਣ ਵਾਸਤੇ ਜੀਵਨ ਦਿੱਤਾ ਹੋਇਆ, ਜਿਸ ਨੇ ਅੱਜ ਸਰੀਰ ਦੇ ਵਿੱਚ ਜਾਨ ਪਾਈ ਹੋਈ ਹੈ, ਜਿੰਦ ਦਿੱਤੀ ਹੋਈ ਹੈ। ਉਹ ਕਿਉਂ ਵਿਸਰੇ? ਜੋ ਪ੍ਰਾਣਾਂ ਦਾ ਦਾਤਾ ਹੈ। ਉਹ ਦਾਤਾ ਕੱਲਾ ਬਾਹਰੀਆਂ ਵਸਤੂਆਂ ਦਾ ਹੀ ਦਾਤਾ ਨਹੀਂ ਹੈ, ਆ ਸਾਡੇ ਸਰੀਰ ਦਾ ਵੀ ਤੇ ਦਾਤਾ ਹੋਈ ਹੈ ਨੇ। ਸਰੀਰ ਵੀ ਤਾਂ ਉਸ ਦਾਤੇ ਨੇ ਹੀ ਦਿੱਤਾ ਹੈ, ਤੇ ਸਰੀਰ ਦੇ ਵਿੱਚ ਜਾਨ ਵੀ ਤਾਂ ਉਹਨੇ ਪਾਈ, ਜਾਨ ਦਾ ਵੀ ਤੇ ਉਹੀ ਦਾਤਾ ਹੈ ਨਾ। ਇਹ ਸਰੀਰ ਦੇ ਵਿੱਚ ਪ੍ਰਾਣ ਵੀ ਤਾਂ ਉਸੇ ਨੇ ਪਾਏ, ਪ੍ਰਾਣਾਂ ਦਾ ਵੀ ਤੇ ਉਹੀ ਦਾਤਾ ਹੈ ਨਾ। ਰੂਹ ਵੀ ਤਾਂ ਉਸੇ ਨੇ ਪਾਈ ਆ ਸਰੀਰ ਦੇ ਵਿੱਚ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜੀਓ ਪਿੰਡ ਹੈ ਵਾਹਿਗੁਰੂ ਤੇਰੀ ਦਿੱਤੀ ਹੋਈ ਸਾਨੂੰ ਰਾਸੀ, ਸਾਨੂੰ ਪੂੰਜੀ ਪ੍ਰਾਪਤ ਹੋਈ। ਤਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਨੇੜੇ ਹੈ ਪਰ ਭੁੱਲਿਆ ਹੋਇਆ ਹੈ। ਜਿਹਦਾ ਚੇਤਾ ਭੁੱਲ ਜਾਵੇ ਭਾਵੇਂ ਉਹ ਘਰ ਵਿੱਚ ਹੀ ਰਹਿੰਦਾ ਹੋਵੇ, ਜਿਹਦਾ ਚੇਤਾ ਹੋਵੇ ਉਹ ਦੂਰ ਵੀ ਹੋਵੇ, ਚੇਤੇ ਵਿੱਚ ਹੋਵੇ, ਉਹਦੇ ਨਾਲ ਸੰਬੰਧ ਜੁੜਿਆ ਰਹਿੰਦਾ। ਪਰ ਜਿਸ ਦਾ ਚੇਤਾ ਭੁੱਲ ਜਾਵੇ ਭਾਵੇਂ ਗਵਾਂਢ ਵਸਦਾ ਹੋਵੇ, ਉਹਦੇ ਨਾਲ ਸੰਬੰਧ ਟੁੱਟ ਜਾਂਦਾ, ਕਿਉਂਕਿ ਚੇਤੇ ਚੋਂ ਭੁੱਲ ਗਿਆ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਅੰਦਰ ਵੀ ਵਸਦਾ ਬਾਹਰ ਵੀ ਵਸਦਾ ਏ। ਅੰਦਰ ਬਾਹਰ ਵਸਦੇ ਇੱਕ ਨੂੰ ਇਹ ਜਾਣੇ ਜੀ, ਉਸ ਦੇ ਨਾਲ ਜੁੜੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਭਇਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਪਾਣ ਤਿੰਨ ਪਰਬਤ ਹੈ ਪਾਰ ਬ੍ਰਹਮ। ਸਾਰਿਆਂ ਥਾਵਾਂ ਤੇ, ਜੰਗਲ ਵਿੱਚ, ਪਹਾੜਾਂ ਵਿੱਚ, ਪਰਬਤਾਂ ਵਿੱਚ ਉਹ ਪਾਰ ਬ੍ਰਹਮ ਵਸਿਆ ਹੋਇਆ ਹੈ। ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਪੈ ਸੰਤਰ ਮਾਹੇ। ਚਾਰ ਕੁੰਡ ਦਹਿ ਜਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ। ਮਾਰੇ ਕਹਿੰਦੇ ਉਹਦੇ ਤੋਂ ਖਾਲੀ ਜਗ੍ਹਾ, ਉਹਦੇ ਤੋਂ ਵੱਖਰੀ ਕੋਈ ਥਾਂ ਹੀ ਨਹੀਂ ਹੈ ਜਿੱਥੇ ਉਹ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ, ਪਰ ਉਹ ਸੁਖ ਸਰੂਪ ਨੂੰ ਪਾ ਤਾਂ ਸਕਦਾ ਹੈ ਜੇ ਗੁਰੂ ਕੀ ਕਿਰਪਾ ਹੋਵੇ। ਗੁਰੂ ਕੀ ਕਿਰਪਾ ਨਾਲ ਉਸ ਵਾਹਿਗੁਰੂ ਨੂੰ ਇਹ ਸਿੱਧੋ ਅੰਦਰ ਬਾਹਰ ਇੱਕ ਨੂੰ ਜਾਣੇ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਫਿਰ ਸਿੱਧਾ ਨੇ ਸਵਾਲ ਕੀਤਾ ਸੀ ਕਿ ਇਹ ਅੱਗ ਦਾ ਜਿਹੜਾ ਅਗਨ ਪਿਰਾਹਣ, ਅੱਗ ਦਾ ਚੋਲਾ ਹੈ, ਇਹ ਕਿਵੇਂ ਦੂਰ ਹੋਵੇ? ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਅੱਗ ਜਿਹੜੀ ਆ ਨਾ ਇਹ ਮਰ ਜਾਵੇਗੀ, ਭਾਵ ਖਤਮ ਹੋ ਜਾਵੇ। ਹੰਕਾਰ ਵੀ ਅੱਗ ਹੀ ਹੈ, ਕ੍ਰੋਧ ਵੀ ਅੱਗ ਹੈ। ਇਹ ਅੱਗ ਦਾ ਜਿਹੜਾ ਇਹ ਚੋਲਾ ਹੈ ਇਹ ਖਤਮ ਹੋ ਜਾਵੇਗਾ, ਦੂਰ ਹੋ ਜਾਵੇਗਾ। ਇਹ ਅੱਗ ਮਰ ਜਾਵੇਗੀ। ਸਤਿਗੁਰ ਕੈ ਭਾਣੈ, ਜਦੋਂ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲੇਗਾ, ਸਤਿਗੁਰੂ ਜੀ ਦੀ ਰਜਾ ਵਿੱਚ ਚੱਲੇਗਾ। ਜਦੋਂ ਗੁਰੂ ਕੇ ਭਾਣੇ ਵਿੱਚ ਤੁਰੇਗਾ ਨਾ, ਗੁਰਮੁਖ ਤੇਰਾ ਭਾਣਾ ਭਾਵ ਹੈ, ਤੇ ਭਾਣੇ ਵਿੱਚ ਸਾਰਾ ਵਰਤਾਰਾ ਵਰਤਦਾ। ਭਾਣੇ ਦੇ ਵਿੱਚ ਹੀ ਜਨਮ ਹੈ, ਭਾਣੇ ਦੇ ਵਿੱਚ ਹੀ ਮਰਨ ਹੈ। ਪਰ ਜੀਵ ਨੇ ਇੱਕ ਪ੍ਰਵਾਨ ਕੀਤਾ, ਇੱਕ ਪ੍ਰਵਾਨ ਨਹੀਂ ਕੀਤਾ। ਜਨਮੇ ਜਦੋਂ ਜਨਮ ਹੁੰਦਾ ਹੈ ਉਦੋਂ ਵਾਜੇ ਵਜਾਏ ਜਾਂਦੇ। ਜਨਮੇ ਕੋ ਵਾਜੇ ਵਾਧਾਏ, ਸੋਹਿ ਲੜੇ ਅਗਿਆਨੀ ਗਾਏ। ਜੰਮਣਾ ਹੈ, ਵਧਾਈਆਂ ਹਨ, ਖੁਸ਼ੀ ਹੈ। ਪਰ ਜਿਸ ਵੇਲੇ ਮੌਤ ਹੈ ਫਿਰ ਤਾਂ ਉਸ ਮੌਕੇ ਤੇ ਕਹਿੰਦਾ ਇਹ ਭਾਣਾ ਵਰਤ ਗਿਆ। ਪਰ ਸਤਿਗੁਰੂ ਕਹਿੰਦੇ ਵੀ ਭਾਣੇ ਤੋਂ ਬਿਨਾਂ ਤੇ ਕੁਝ ਹੈ ਹੀ ਨਹੀਂ। ਜਨਮ ਭਾਣੇ ਤੋਂ ਬਾਹਰ ਨਹੀਂ ਹੈ, ਬਚਪਨਾ ਵੀ ਭਾਣੇ ਵਿੱਚ ਹੈ, ਜਵਾਨੀ ਵੀ ਭਾਣੇ ਵਿੱਚ ਹੈ, ਬਿਰਧ ਅਵਸਥਾ ਵੀ ਭਾਣੇ ਵਿੱਚ ਹੈ, ਜਨਮ ਵੀ ਭਾਣੇ 'ਚ ਹੈ, ਮਰਨ ਵੀ ਭਾਣੇ 'ਚ ਹੈ। ਪਰ ਭਾਣੇ ਨੂੰ ਤੂੰ ਸਮਝਿਆ ਹੀ ਨਹੀਂ ਹੈ। ਜਿੱਥੇ ਜੀ ਕਰਦਾ ਉੱਥੇ ਕਹਿੰਦਾ ਵੀ ਹੁਣ ਭਾਣਾ ਹੈ, ਜਿੱਥੇ ਜੀ ਕਰਦਾ ਕਹਿੰਦਾ ਹੁਣ ਭਾਣਾ ਨਹੀਂ ਹੈ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੇ ਜਾਏ। ਪਰ ਇਸ ਭਾਣੇ ਨੂੰ ਸਮਝੇ, ਭਾਣੇ ਦੇ ਵਿੱਚ ਚੱਲੇ, ਤਾਂ ਮਹਾਰਾਜ ਕਹਿੰਦੇ ਫਿਰ ਇਸ ਦੇ ਅੰਦਰੋਂ ਜਿਹੜੀ ਅਗਨੀ ਹੈ ਨਾ, ਤ੍ਰਿਸ਼ਨਾ ਦੀ ਅੱਗ, ਹਉਮੈ ਦੀ ਅੱਗ,
ਤੇ ਕਾਮ ਕ੍ਰੋਧ ਦੀ ਅੱਗ, ਇਹ ਸਾਰੀ ਅੱਗ ਜਿਹੜੀ ਮਰ ਜਾਵੇਗੀ, ਅੱਗ ਖਤਮ ਹੋ ਜਾਵੇਗੀ ਜੋ ਸਤਿਗੁਰਾਂ ਦੇ ਭਾਣੇ ਵਿੱਚ ਚੱਲੇਗਾ। ਸੱਚ ਭੈ ਰਸਤਾ ਗਰਭ ਨਿਵਾਰੈ। ਫਿਰ ਸਿੱਧਾ ਨੇ ਇੱਕ ਸਵਾਲ ਕੀਤਾ ਸੀ ਕਿ ਜਿਤ ਗਰਭ ਜਾਏ ਸੋ ਕਵਣ ਆਹਾਰ। हे ਸ੍ਰੀ ਨਾਨਕ ਜੀ, ਸਿੱਧ ਕਹਿੰਦੇ ਆ ਕਿ ਦੱਸੋ ਉਹ ਕਿਹੜੀ ਖੁਰਾਕ, ਕਿਹੜਾ ਭੋਜਨ ਆ ਜਿਹਦੇ ਨਾਲ ਹੰਕਾਰ ਚਲੇ ਜਾਵੇ, ਕਿਉਂਕਿ ਹੰਕਾਰ ਨਹੀਂ ਛੇਤੀ ਜਾਂਦਾ। ਹੰਕਾਰ ਇਹ ਸੰਸਾਰੀ ਬੰਦੇ ਨੂੰ ਵੀ ਹੁੰਦਾ ਵਾ, ਸੰਸਾਰੀ ਕੰਮਕਾਰ ਕਰਦੇ ਆ, ਤੇ ਧਾਰਮਿਕ ਨੂੰ ਸਗੋਂ ਜ਼ਿਆਦਾ ਹੋ ਜਾਂਦਾ ਵਾ ਹੰਕਾਰ। ਧਰਮ ਦੇ ਮਾਰਗ ਦੇ ਵਿੱਚ ਜ਼ਿਆਦਾ ਹਉਮੈ ਆ ਜਾਂਦੀ, ਜ਼ਿਆਦਾ ਹੰਕਾਰ ਆ ਜਾਂਦਾ। ਪਰ ਜਿਸ ਵੇਲੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤਾਂ ਹੀ ਧਰਮੀ ਇਨਸਾਨ ਦਾ ਇਹ ਅੰਦਰੋਂ ਹੰਕਾਰ ਦੂਰ ਹੋ ਸਕਦਾ ਹੈ। ਸਿੱਧ ਇੰਨੇ ਤਪਸਵੀ ਸੀ ਪਰ ਹੰਕਾਰ ਨਹੀਂ ਗਿਆ। ਤੇ ਸਿੱਧਾ ਨੇ ਇਹ ਸਵਾਲ ਕੀਤਾ, ਉਹ ਪੁੱਛਿਆ ਉਹਨਾਂ ਨੇ, ਆਪਣਾ ਦੁੱਖ ਦੱਸਿਆ ਉਹਨਾਂ ਨੇ। ਕਹਿੰਦੇ ਉਹ ਕਿਹੜੀ ਖੁਰਾਕ ਵਾ, ਕਿਹੜਾ ਭੋਜਨ ਆ ਜਿਹਦੇ ਨਾਲ ਹੰਕਾਰ ਚਲੇ ਜਾਵੇ। ਹੁਣ ਦੁਨੀਆ 'ਚ ਤਾਂ ਕੋਈ ਖੁਰਾਕ ਐਸੀ ਹੈ ਹੀ ਨਹੀਂ, ਹੋਰ ਕੋਈ ਨਾ ਕੋਈ ਦਵਾਈ ਆ ਵੀ ਕੋਈ ਦਵਾਈ ਆ ਉਹ ਖਾਧੀ ਜਾਵੇ ਤੇ ਹੰਕਾਰ ਮੁੱਕ ਜਾਵੇ। ਕੋਈ ਐਸੀ ਖੁਰਾਕ ਹੋਵੇ ਜਿਹਨੂੰ ਖਾਣ ਦੇ ਨਾਲ ਅੰਦਰੋਂ ਹੰਕਾਰ ਮੁੱਕ ਜਾਵੇ। ਸਤਿਗੁਰੂ ਕਹਿੰਦੇ ਆ ਵੀ ਹੰਕਾਰ ਕਿਵੇਂ ਜਾਵੇਗਾ, ਦੱਸਦੇ ਆ ਮਹਾਰਾਜ ਸਾਹਿਬ ਜੀ। ਸੱਚ ਭੈ ਰਾਤਾ ਗਰਭ ਨਿਵਾਰੈ। ਗੁਰੂ ਸਾਹਿਬ ਕੋਲੇ ਹਰੇਕ ਬਿਮਾਰੀ ਦੀ ਦਵਾਈ ਆ, ਹਰੇਕ ਰੋਗ ਦਾ ਇਲਾਜ ਸਤਿਗੁਰਾਂ ਦੇ ਕੋਲੇ ਆ। ਮਹਾਰਾਜ ਕਹਿੰਦੇ ਸਿੱਧੋ, ਜਦੋਂ ਸੱਚੇ ਦੇ ਭੈ ਵਿੱਚ ਰਤਿਆ ਜਾਵੇ ਨਾ, ਰੰਗਿਆ ਜਾਵੇ, ਫਿਰ ਇਹਦਾ ਹੰਕਾਰ ਨਿਵਰਤ ਹੋ ਜਾਂਦਾ ਹੈ। ਸੱਚ ਦੇ ਨਾਲ ਜੁੜੇ, ਸੱਚ ਦੇ ਨਾਲ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਦਾ ਸਿਮਰਨ ਕਰੇ, ਸੱਚ ਦਾ ਭਜਨ ਕਰੇ, ਸੱਚ ਨਾਲ, ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜੇ, ਸੱਚੇ ਦੇ ਭੈ ਵਿੱਚ ਰਵੇ ਤੇ ਰਾਤਾ ਨਾਮ ਹੈ ਰੰਗਿਆ ਜਾਵੇ। ਰਾਤਾ ਨਾਮ ਹੈ ਪ੍ਰੇਮ ਦਾ। ਸੱਚੇ ਦਾ ਭੈ ਵੀ ਧਾਰੇ ਤੇ ਸੱਚੇ ਦਾ ਪ੍ਰੇਮ ਵੀ ਧਾਰੇ। ਅਸਲ ਵਿੱਚ ਇਹ ਦੋਵੇਂ ਇਕੱਠੇ ਰਹਿੰਦੇ ਆ ਸਾਧ ਸੰਗਤ ਜੀ। ਭੈ ਤੇ ਭਾਵ, ਡਰ ਤੇ ਪ੍ਰੇਮ। ਜੇ ਪ੍ਰਮਾਤਮਾ ਦੇ ਨਾਲ ਪ੍ਰੇਮ ਜੀਵ ਦਾ ਬਣੇਗਾ ਤੇ ਪ੍ਰਮਾਤਮਾ ਦਾ ਡਰ ਵੀ ਹਿਰਦੇ ਵਿੱਚ ਹੋਵੇਗਾ। ਜਿੱਥੇ ਡਰ ਹੈ ਉੱਥੇ ਪ੍ਰੇਮ ਵੀ ਹੈ। ਮਾਤਾ ਪਿਤਾ ਦੇ ਨਾਲ ਪ੍ਰੇਮ ਹੁੰਦਾ ਨਾ ਧੀ ਪੁੱਤਰ ਦਾ, ਤੇ ਜਿੱਥੇ ਪ੍ਰੇਮ ਹੈ ਉੱਥੇ ਡਰ ਵੀ ਹੁੰਦਾ ਹੈ ਮਾਤਾ ਪਿਤਾ ਦਾ। ਵੀ ਕੋਈ ਗਲਤ ਕੰਮ ਕਰਾਂਗਾ ਤੇ ਮਾਤਾ ਪਿਤਾ ਝਿੜਕਣਗੇ, ਜਾਂ ਮੈਂ ਕੋਈ ਗਲਤ ਹਰਕਤ ਕਰਾਂਗਾ ਤੇ ਉਲਾਮਾ ਮੇਰੇ ਮਾਂ ਪਿਓ ਨੂੰ ਮਿਲੇਗਾ। ਜਿੱਥੇ ਪ੍ਰੇਮ ਹੈ ਉੱਥੇ ਡਰ ਵੀ ਨਾਲ ਹੈ। ਤੇ ਬਾਣੀ 'ਚ ਮਹਾਰਾਜ ਨੇ ਆਖਿਆ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ, ਪ੍ਰਮਾਤਮਾ ਦਾ ਡਰ ਹੈ, ਉਹਨਾਂ ਦੇ ਮਨ ਵਿੱਚ ਪ੍ਰੇਮ ਵੀ ਉੱਥੇ ਹੀ ਹੈ। ਦੋਵੇਂ ਇਕੱਠੇ ਰਹਿੰਦੇ। ਤੇ ਉਸ ਪ੍ਰੇਮ ਨੂੰ, ਉਸ ਡਰ ਨੂੰ ਸੰਸਾਰੀ ਡਰ ਨਾਲ ਨਹੀਂ ਅਸੀਂ ਜੋੜ ਸਕਦੇ। ਉਹ ਪਵਿੱਤਰ ਡਰ ਹੈ ਜਿਹੜਾ ਜੀਵ ਦੇ ਜੀਵਨ ਨੂੰ ਸੁਧਾਰਨ ਵਾਲਾ, ਕਾਮਯਾਬ ਕਰਨ ਵਾਲਾ, ਜਿਹਦੇ ਵਿੱਚ ਜੀਵਨ ਦੀ ਘਾੜਤ ਘੜੀ ਜਾਂਦੀ ਹੈ, ਉਹ ਡਰ ਹੈ। ਜਗਤ ਗੁਰੂ ਜੀ ਕਹਿੰਦੇ ਸਿੱਧੋ, ਸੱਚੇ ਦੇ ਨਾਲ ਜੁੜੇ, ਸੱਚੇ ਨਾਲ ਪ੍ਰੇਮ ਕਰੇ, ਸੱਚੇ ਪ੍ਰਭੂ ਦੇ ਡਰ ਦੇ ਵਿੱਚ ਰੰਗਿਆ ਜਾਵੇ, ਉਹਦੇ ਡਰ ਨੂੰ ਵੀ ਧਾਰਨ ਕਰੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰੰਗਿਆ ਜਾਵੇ, ਪ੍ਰੇਮ ਵੀ ਕਰੇ। ਜਦੋਂ ਪ੍ਰਭੂ ਦੇ ਡਰ ਨੂੰ ਤੇ ਪ੍ਰੇਮ ਨੂੰ ਧਾਰਨ ਕਰੇਗਾ, ਗਰਭ ਨਿਵਾਰੇ। ਫਿਰ ਪ੍ਰਮਾਤਮਾ ਦਾ ਡਰ, ਪ੍ਰਮਾਤਮਾ ਦਾ ਪ੍ਰੇਮ ਇਸ ਮਨੁੱਖ ਦੇ ਅੰਦਰੋਂ ਹੰਕਾਰ ਦੂਰ ਕਰ ਦੇਵੇਗਾ। ਬੰਦਾ ਬੰਦੇ ਤੋਂ ਡਰਦਾ ਪਰ ਰੱਬ ਤੋਂ ਘੱਟ ਹੀ ਡਰਦਾ। ਬੰਦਾ ਬੰਦਿਆਂ ਤੋਂ ਭੈ ਖਾਂਦਾ ਪਰ ਗੁਰੂ ਤੋਂ ਭੈ ਘੱਟ ਹੀ ਖਾਂਦਾ। ਪਰ ਜਿਹੜੇ ਗੁਰਮੁਖ, ਗੁਰਮੁਖਾਂ ਦੀ ਨਿਸ਼ਾਨੀ ਇਹ ਆ ਵੀ ਉਹ ਗੁਰੂ ਦੇ ਭੈ ਵਿੱਚ ਰਹਿੰਦੇ ਆ, ਪ੍ਰਮਾਤਮਾ ਦੇ ਭੈ ਵਿੱਚ ਰਹਿੰਦੇ ਆ। ਇੱਕ ਰਸ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਸੰਸਾਰ ਨੂੰ ਆਖਿਆ ਕਿ ਜਿਵੇਂ ਤੁਸੀਂ ਧਾਰਮਿਕ ਸਥਾਨ ਦੇ ਅੰਦਰ
परमात्मा ਨੂੰ ਮੌਜੂਦ ਜਾਣ ਕਰਕੇ ਉਹਦੇ ਤੋਂ ਭੈ ਵਿੱਚ ਰਹਿੰਦੇ ਹੋ। ਇਸੇ ਤਰ੍ਹਾਂ ਖੁਦਾ ਨੂੰ ਪਰਮਾਤਮਾ ਨੂੰ ਹਰ ਇੱਕ ਥਾਂ ਤੇ ਅੰਗ ਸੰਗ ਜਾਣ ਕੇ ਉਹਦੇ ਭੈ ਵਿੱਚ ਰਿਹਾ ਕਰੋ, ਉਸ ਦੇ ਪ੍ਰੇਮ ਵਿੱਚ ਰਿਹਾ ਕਰੋ। ਮੱਕੇ ਜਾ ਕੇ ਵੀ ਇਹ ਗੱਲ ਕਹੀ ਸੀ ਕਿ ਉਹ ਇੰਨੀ ਚਾਰ ਦੀਵਾਰੀ ਦੇ ਵਿੱਚ ਨਹੀਂ ਹੈ ਖੁਦਾ, ਹਰ ਇੱਕ ਪਾਸੇ ਖੁਦਾ ਹੀ ਖੁਦਾ ਹੈ। ਹਰਿਦੁਆਰ ਜਾ ਕੇ ਵੀ ਇਹੀ ਗੱਲ ਆਖੀ ਸੀ। ਮਹਾਰਾਜ ਸਾਹਿਬ ਕਹਿੰਦੇ ਸੱਚੇ ਦੇ ਭੈ ਦੇ ਵਿੱਚ, ਤੇ ਭੈ ਕੱਲਾ ਕਿਤੇ ਉਹ ਗੁਰਦੁਆਰੇ ਸਾਹਿਬ ਦੇ ਅੰਦਰ ਨਹੀਂ ਕੱਲਾ ਧਾਰਨ ਕਰਨਾ, ਮਸੀਤ ਦੇ ਅੰਦਰ ਹੀ ਨਹੀਂ ਕੱਲਾ, ਮੰਦਿਰ ਦੇ ਅੰਦਰ ਹੀ ਨਹੀਂ ਧਾਰਨ ਕਰਨਾ। ਜੀਵ ਜਿੱਥੇ ਰਵੇ 24 ਘੰਟੇ ਉੱਥੇ ਪ੍ਰਮਾਤਮਾ ਦੇ ਭੈ ਵਿੱਚ ਰਵੇ, ਘਰ ਵਿੱਚ ਰਵੇ, ਖੇਤਾਂ 'ਚ ਰਵੇ, ਬਾਜ਼ਾਰ 'ਚ ਰਵੇ, ਦੁਕਾਨ 'ਚ ਰਵੇ, ਜਿੱਥੇ ਰਵੇ ਫਿਰ ਇਹਦੇ ਕਿਰਤ ਕਰਦੇ ਹੋਇਆ ਵੀ ਉੱਥੇ ਹੀ ਇਹ ਕੀਰਤੀ ਕਰੇਗਾ। ਕਰਤੇ ਕਿਰਤ ਦੇ ਨਾਲ ਹੀ ਕੀਰਤੀ ਹੋਵੇ। ਸੱਚੇ ਦੇ ਭੈ ਵਿੱਚ ਰੰਗਿਆ ਜਾਵੇਗਾ ਤੇ ਇਸ ਦੇ ਹੰਕਾਰ ਦੀ ਮਾਰੇ ਕਹਿੰਦੇ ਨਿਵਰਤੀ ਹੋ ਜਾਵੇਗੀ। ਇੱਕੋ ਜਾਤਾ ਸਬਦ ਵਿਚਾਰੈ। ਇਹ ਸਿੱਧੋ ਇੱਕ ਨੂੰ ਤਾਂ ਜਾਣੇਗਾ, ਇੱਕ ਨਾਲ ਸਾਂਝ ਇਹਦੀ ਤਾਂ ਜੁੜੇਗੀ ਜਦੋਂ ਗੁਰੂ ਕੇ ਸ਼ਬਦ ਨੂੰ ਵਿਚਾਰੇਗਾ। ਸਬਦ ਵਸੈ ਸਚ ਅੰਤਰ ਹੀਆ। ਜਦੋਂ ਸ਼ਬਦ ਵਸ ਜਾਵੇਗਾ ਨਾ, ਸੱਚ ਅੰਤਰ ਹੀਆ, ਧੀਆ ਹਿਰਦੇ ਦੇ ਵਿੱਚ ਸੱਚ ਅੰਦਰ ਵਸ ਜਾਵੇਗਾ ਗੁਰੂ ਕੇ ਸ਼ਬਦ ਦੁਆਰਾ, ਗੁਰੂ ਕੇ ਉਪਦੇਸ਼ ਦੁਆਰਾ। ਫਿਰ ਸਿੱਧੋ ਤਨ ਵੀ ਮਨ ਵੀ ਠੰਡਾ ਹੋ ਜਾਵੇਗਾ ਜਦੋਂ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਜਾਵੇਗਾ। ਜਦੋਂ ਗੁਰੂ ਕੇ ਸ਼ਬਦ ਦੁਆਰਾ ਹਿਰਦੇ ਵਿੱਚ ਅੰਦਰ ਸੱਚ ਵਸ ਜਾਵੇਗਾ ਨਾ, ਸੱਚਾ ਨਾਮ। ਸਿੱਧਾ ਨੇ ਆਖਿਆ ਸੀ ਮਹਾਰਾਜ, ਇਹ ਹਿਰਦਾ ਜਿਹੜਾ ਵਾ ਹਿਮਾਲਿਆ ਦੇ ਘਰ ਮੰਦਰ ਵਰਗਾ ਕਿਵੇਂ ਬਣੇ। ਵੀ ਜਿਵੇਂ ਹਿਮਾਲਿਆ ਪਰਬਤ ਤੇ ਚਲੇ ਜਾਈਦਾ ਤੇ ਉੱਥੇ ਸਰੀਰ ਨੂੰ ਠੰਡ ਬੜੀ ਪ੍ਰਾਪਤ ਹੁੰਦੀ ਹੈ, ਇਸ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਹਿਰਦਾ ਹੀ ਕਿਵੇਂ ਇਹ ਬਰਫ਼ ਦਾ ਘਰ ਬਣ ਜਾਵੇ, ਬਰਫ਼ ਦਾ ਮੰਦਰ ਹੀ ਬਣ ਜਾਵੇ, ਹਿਰਦੇ ਵਿੱਚ ਇੰਨੀ ਠੰਡ ਆ ਜਾਵੇ। ਤੇ ਸਤਿਗੁਰੂ ਕਹਿੰਦੇ ਜਦੋਂ ਗੁਰੂ ਕਾ ਸ਼ਬਦ ਦੁਆਰਾ, ਗੁਰੂ ਕੇ ਉਪਦੇਸ਼ ਦੁਆਰਾ ਅੰਦਰ ਸੱਚ ਵਸ ਜਾਵੇਗਾ ਨਾ, ਸੱਚਾ ਨਾਮ, ਫਿਰ ਹਿਮਾਲਿਆ ਦੇ ਘਰ ਮੰਦਰ ਦੀ ਤਰ੍ਹਾਂ, ਬਰਫ਼ ਦੇ ਘਰ ਦੀ ਤਰ੍ਹਾਂ ਹਿਰਦਾ ਠੰਡਾ ਹੋ ਜਾਵੇਗਾ, ਤਨ ਵੀ ਸੀਤਲ ਹੋ ਜਾਵੇਗਾ, ਮਨ ਵੀ ਸੀਤਲ ਹੋ ਜਾਵੇਗਾ। ਪਰ ਹੋਵੇਗਾ ਉਦੋਂ ਜਦੋਂ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਵੇਗਾ। ਜਦੋਂ ਪ੍ਰਭੂ ਦੇ ਨਾਮ ਰੰਗ ਵਿੱਚ ਨਹੀਂ ਨਾ ਇਹ ਰੰਗਿਆ ਗਿਆ, ਭਾਵੇਂ ਸ਼ਿਮਲੇ ਜਾ ਕੇ ਬੈਠਾ ਰਹੇ, ਭਾਵੇਂ ਜਾ ਕਰਕੇ ਇਹ ਠੰਡੀਆਂ ਪਹਾੜੀਆਂ ਦੇ ਵਿੱਚ ਉੱਥੇ ਘਰ ਬਣਾ ਕੇ ਬਹਿ ਜਾਵੇ, ਸਰੀਰ ਤਾਂ ਸੁੰਨ ਹੋ ਜਾਵੇਗਾ ਪਰ ਹਿਰਦਾ ਤਪਦਾ ਹੀ ਰਹੇਗਾ, ਕਿਉਂਕਿ ਅੰਦਰ ਸੱਚ ਨਹੀਂ ਵਸਿਆ, ਅੰਦਰ ਝੂਠ ਵਸਿਆ ਹੋਇਆ, ਅੰਦਰ ਵਕਾਰ ਵਸੇ ਹੋਏ ਆ, ਝੂਠ ਨਿੰਦਿਆ ਚੁਗਲੀ ਵਸੀ ਹੋਈ, ਈਰਖਾ ਨਫ਼ਰਤ ਵਸੀ ਹੋਈ ਹੈ ਹਿਰਦੇ 'ਚ। ਠੰਡੀ ਰੁੱਤ ਹਰ ਸਾਲ ਹੀ ਆਉਂਦੀ ਆ, ਉਹ ਮਾਘ ਦੇ ਮਹੀਨੇ ਹਰ ਸਾਲ ਹੀ ਆਪਾਂ ਵੇਖਦੇ ਹਾਂ। ਵੇਖੋ ਸਾਰਾ ਸਰੀਰ ਸੁੰਨ ਹੋ ਜਾਂਦਾ, ਹਿਰਦਾ ਥੋੜਾ ਸੰਧਾ ਹੁੰਦਾ ਹੈ। ਹਿਰਦੇ ਨੂੰ ਠੰਡਾ ਕਰਨ ਵਾਸਤੇ ਗੁਰੂ ਦਾ ਪ੍ਰੇਮ ਹੈ, ਹਿਰਦੇ ਨੂੰ ਠੰਡਾ ਕਰਨ ਵਾਸਤੇ ਗੁਰੂ ਦਾ ਸ਼ਬਦ ਹੈ। ਸਤਿਗੁਰਾਂ ਨੇ ਬਾਣੀ 'ਚ ਆਖਿਆ, ਪੰਜਵੇਂ ਪਾਤਸ਼ਾਹ ਨੇ, ਨਾ ਚੰਦਰਮਾ ਨਾ ਚੰਦਨ ਤੇ ਨਾ ਸਰਦ ਰੁੱਤ, ਇਹ ਨਹੀਂ ਹਿਰਦੇ ਨੂੰ ਠੰਡਾ ਕਰ ਸਕਦੇ। ਸਰਦੀ ਦੀ ਰੁੱਤ ਵੀ ਹਿਰਦੇ ਨੂੰ ਠੰਡਾ ਕਰੇਗਾ ਤੇ ਨਾਮ ਹੀ ਕਰੇਗਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜੇ ਪੰਦੜੋ ਹਰ ਨਾਮ। ਹਾਂਜੀ, ਸਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਨਿਵਾਰੈ। ਮਹਾਰਾਜ ਸਾਹਿਬ ਕਹਿੰਦੇ ਆ, ਸਿੱਧੋ ਜੋ ਕਾਮ ਕ੍ਰੋਧ ਦਾ ਜ਼ਹਿਰ ਆ ਨਾ ਅੰਦਰ, ਇਹ ਅੱਗ ਮੱਚਦੀ ਪਈ ਹੈ। ਇਸ ਅੱਗ ਨੂੰ ਗੁਰੂ ਕੇ ਸ਼ਬਦ ਦੁਆਰਾ ਨਿਵਰਤ ਕਰੇ। ਕਾਮ ਕ੍ਰੋਧ ਬਿਖ, ਇਹ ਬਿਖ ਨਾਮ ਜ਼ਹਿਰ ਦਾ, ਕਾਮ ਤੇ ਕ੍ਰੋਧ ਦੀ ਜ਼ਹਿਰ ਹੈ, ਇਹ ਅੰਦਰ ਅਗਨੀ ਮੱਚਦੀ ਪਈ ਹੈ। ਤੇ ਜਦੋਂ ਗੁਰੂ ਕਾ ਸ਼ਬਦ ਅੰਦਰ ਵਸ ਗਿਆ, ਤਨ ਮਨ ਸੀਤਲ ਹੋ ਗਿਆ, ਠੰਡਾ ਹੋ ਗਿਆ, ਤੇ ਫਿਰ ਗੁਰੂ ਕੇ ਸ਼ਬਦ ਨੇ ਕਾਮ ਕ੍ਰੋਧ ਦੀ ਜ਼ਹਿਰ ਤੇ ਇਹ ਅੱਗ ਨਿਵਰਤ ਕਰ ਦੇਣੀ। ਇਸ ਤਰ੍ਹਾਂ ਇਹ ਕ੍ਰੋਧ ਰੂਪੀ ਜਿਹੜਾ ਅਗਨ ਪਿਰਾਹਣ ਉਹਨਾਂ ਨੇ ਆਖਿਆ ਸੀ ਨਾ, ਇਹ ਅੱਗ ਦਾ ਚੋਲਾ ਕਿਵੇਂ ਦੂਰ ਹੋਵੇ। ਮਹਾਰਾਜ ਕਹਿੰਦੇ ਫਿਰ ਕਾਮ ਕ੍ਰੋਧ, ਇਹ ਅਗਨੀ ਦਾ, ਇਹ ਜ਼ਹਿਰ ਦਾ ਚੋਲਾ ਨਿਵਰਤ ਹੋ ਜਾਵੇਗਾ। ਨਾਨਕ ਨਦਰੀ ਨਦਰ ਪਿਆਰੇ। ਇਹ ਸਿੱਧੋ
ਫਿਰ ਜੋ ਮਿਹਰ ਦੀ ਨਜ਼ਰ ਕਰਨ ਵਾਲਾ ਹੈ ਨਾ, ਉਹਦੀ ਨਜ਼ਰ ਦੇ ਵਿੱਚ ਪਿਆਰਿਆ ਫਿਰ ਆ ਜਾਵੇਗਾ, ਫਿਰ ਇਹ ਪਿਆਰਾ ਬਣ ਜਾਵੇਗਾ ਪ੍ਰਭੂ ਦਾ, ਤੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਆ ਜਾਵੇਗਾ। ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਕਰੇਗਾ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਦੂਰ ਹੋ ਜਾਣਗੇ, ਫਿਰ ਨਜ਼ਰੀ ਨਜ਼ਰ ਪਿਆਰੇ, ਫਿਰ ਉਹ ਪਿਆਰੇ ਪਰਮੇਸ਼ਰ ਨੇ ਇਹਦੇ ਤੇ ਆਪਣੀ ਮਿਹਰ ਦੀ ਨਜ਼ਰ ਕਰਕੇ ਆਪਣੀ ਨਜ਼ਰ ਦੇ ਵਿੱਚ ਲੈ ਆਉਣਾ। ਤੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਤਿੰਨਾਂ ਪੌੜੀਆਂ ਦੁਆਰਾ ਉਪਦੇਸ਼ ਬਖਸ਼ਿਆ। ਇੱਕ ਪੌੜੀ 'ਚ ਸਿੱਧਾਂ ਦੇ ਸਵਾਲ, ਦੋਵਾਂ ਪੌੜੀਆਂ 'ਚ ਗੁਰੂ ਸਾਹਿਬ ਜੀ ਦੇ ਜਵਾਬ। ਸਤਿਗੁਰਾਂ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਜਿਬ ਸਿਉ ਮੇਲ। ਕਾਮ ਕ੍ਰੋਧ ਵਿਖ ਅਗਨ ਨਿਵਾਰੇ, ਨਾਨਕ ਨਜ਼ਰੀ ਨਜ਼ਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।